पै गया पवाड़ा जी आपां भी हुणे आ गए। इस गीत ਦੇ ਨਾਲ ਹੀ ਇਸ ਪ੍ਰੋਗਰਾਮ ਦੀ ਸ਼ੁਰੂਆਤ ਪ੍ਰੋਗਰਾਮ ਪ੍ਰਾਈਮ ਫੋਕਸ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੈਲੀਵਿਜ਼ਨ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਮੇਰੇ ਨਾਲ ਪਰਮਵੀਰ ਬਾਠੂਰੀ ਜੀ। ਬਾਠ ਸਾਹਿਬ, ਮੈਨੂੰ ਤਾਂ ਪਤਾ ਲੱਗਾ ਸੀ ਕਿ ਖਬਰਾਂ ਦੇ ਉੱਤੇ ਗੱਲਾਂ ਬਾਤਾਂ ਕਰਨੀਆਂ, ਪਰ ਮੈਨੂੰ ਇਹ ਨਹੀਂ ਸੀ ਪਤਾ ਗੀਤ ਸੰਗੀਤ ਦਾ ਪ੍ਰੋਗਰਾਮ ਚੱਲਦਾ। ਮੈਂ ਗਲਤ ਟਾਈਮ ਤੇ ਤਾਂ ਨਹੀਂ ਆ ਗਿਆ? ਨਹੀਂ ਚੱਕਰ ਰਿਹਾ ਵੀ ਅੱਜ ਕੱਲ੍ਹ ਕਿਉਂਕਿ ਪ੍ਰਾਈਮ ਏਸ਼ੀਆ ਰੇਡੀਓ ਵੀ ਹੁੰਦਾ, ਹੁਣ ਸਵੇਰੇ 7 ਤੋਂ 10 ਉਹ ਰੇਡੀਓ 'ਚ ਵੀ ਡਿਊਟੀ ਹੁੰਦੀ ਹੈ। ਤੇ ਉਹ ਇੱਦਾਂ ਹੁੰਦਾ ਨਾ ਵੀ ਮਤਲਬ ਅਚਾਨਕ ਤੋਂ ਗੀਤ ਖਤਮ ਹੁੰਦੇ ਆ ਸਾਰੀ ਨਾਲ ਹੀ ਖਬਰਾਂ ਵਾਲਾ ਟਿਊਨ ਲੱਗ ਜਾਂਦਾ ਗਾ। ਸੋ ਕਿਸੇ ਵੇਲੇ ਇੱਦਾਂ ਵੀ ਹੋ ਜਾਂਦੀ ਗੱਲ। ਨਹੀਂ, ਗੱਲ ਤੁਹਾਡੀ। ਇਹਨੂੰ ਕਹਿੰਦੇ ਇਨਡਾਇਰੈਕਟ ਮਸ਼ਹੂਰੀਆਂ। AM 1210 ਸੁਣੋ ਪ੍ਰਾਈਮ ਏਸ਼ੀਆ ਰੇਡੀਓ ਸੈਕਰਾਮੈਂਟੋ। ਖਬਰਾਂ, ਗੀਤ ਸੰਗੀਤ ਤੇ ਹੋਰ ਕੀ, ਹੋਰ ਵੀ ਕਈ ਕੁਝ ਮਸ਼ਹੂਰੀਆਂ। ਚਲੋ ਸੰਧਾਲੀਆ ਸਾਹਿਬ, ਆਪਾਂ ਰੇਡੀਓ ਤੋਂ ਸਿੱਧਾ TV ਤੇ ਆਈਏ। ਸਮਾਂ ਥੋੜਾ, ਖਬਰਾਂ ਬਹੁਤੀਆਂ। ਕਿਸਾਨਾਂ ਨੇ ਇੱਕ ਤਾਂ ਸਾਰੇ ਹੀ ਦੇਸ਼ ਦੇ ਵਿੱਚ 2 ਘੰਟੇ ਦਾ ਜਿਹੜਾ ਪ੍ਰਦਰਸ਼ਨ ਕੀਤਾ, ਉਹਦੇ ਲਈ ਇੱਕ ਤਾਂ ਸਾਰੇ ਦੇਸ਼ ਦੇ ਸਾਰੇ ਲੋਕਾਂ ਨੂੰ ਮੁਬਾਰਕਾਂ ਕਿ ਇੱਕ ਵੀ ਜਗ੍ਹਾ ਦੇ ਉੱਤੇ ਸੜਕ ਨਹੀਂ ਰੁਕੀ। ਜੇ ਕਿਸਾਨਾਂ ਨੇ ਕਿਹਾ ਸੀ ਕਿ ਭਾਈ ਇੱਕ ਪਾਸੇ ਖਲੋਣਾ ਤਾਂ ਪਾਸੇ ਖਲੋਏ, ਜੇ ਇਹ ਕਿਹਾ ਸੀ ਕਿ ਭਾਈ ਸੜਕ ਦੇ ਬਿਲਕੁਲ ਕਿਨਾਰੇ ਤੇ ਟਰੈਕਟਰ, ਸਕੂਟਰ, ਸਾਈਕਲ, ਸਿਲੰਡਰ ਰੱਖਣੇ ਆ ਤਾਂ ਰੱਖੇ, ਜੇ ਕਿਹਾ ਸੀ ਕਿ ਲੋਕਾਂ ਨੂੰ ਤਕਲੀਫ ਨਾ ਹੋਵੇ ਤਾਂ ਬਿਲਕੁਲ ਨਹੀਂ ਹੋਣ ਦਿੱਤੀ। ਤੁਸੀਂ ਇਹ ਦੇਖੋ ਕਿ 12 ਵਜੇ ਦੁਪਹਿਰੇ, ਜੁਲਾਈ ਦਾ ਮਹੀਨਾ ਹੋਵੇ, 10 ਤੋਂ ਥੱਲੇ ਤਰੀਕ ਹੋਵੇ, ਗਰਮੀ ਸਿਖਰ ਤੇ ਹੋਵੇ, ਬੱਦਲ ਹੋਣ ਨਾ, ਮੀਂਹ ਪੈਂਦਾ ਨਾ ਹੋਵੇ, ਹਵਾ ਵਗਦੀ ਨਾ ਹੋਵੇ, ਇਹਦੇ ਬਾਵਜੂਦ ਵੀ ਲੋਕ 2 ਘੰਟੇ ਡਟ ਕੇ ਖੜੇ ਰਹੇ ਕਿ ਭਾਈ ਮਹਿੰਗਾਈ ਵੱਧ ਰਹੀ ਹੈ, ਤੰਗੀ ਪਰੇਸ਼ਾਨੀ ਹੋ ਰਹੀ ਹੈ, ਇਸ ਕਰਕੇ ਸਰਕਾਰ ਜੀ ਥੋੜ੍ਹਾ ਜਿਹਾ ਧਿਆਨ ਦਿਓ। ਨਹੀਂ ਪੂਰਾ ਦੇਖੋ, ਇਹਦੇ ਲਈ ਤਾਂ ਵਾਕਈ ਇੱਕ ਚੀਜ਼ ਦੀ ਗੱਲ ਤਾਂ ਬਣਦੀ ਆ ਵੀ ਜਿਹੜਾ ਇਹਦੋਂ ਪਹਿਲਾਂ ਹੁੰਦਾ ਸੀ ਨਾ, ਵੀ ਜੇ ਆਪਾਂ ਕਈ ਤਰ੍ਹਾਂ ਦੇ ਧਰਨੇ ਪ੍ਰਦਰਸ਼ਨਾਂ ਦੀਆਂ ਕਾਲਾਂ ਆਉਂਦੀਆਂ, ਇੱਕ ਤਾਂ ਉਹ ਹੁੰਦਾ ਸੀ ਵੀ ਪੁਲਾਂ ਦੇ ਉੱਪਰ ਲਿਖ ਦੇਣਾ ਵੀ ਫਲਾਨੀ ਤਰੀਕ ਨੂੰ ਫਲਾਨੇ ਥਾਂ ਪਹੁੰਚੋ, ਜਾਂ ਫਿਰ ਇਹ ਹੁੰਦਾ ਸੀ ਵੀ ਫਲਾਨੇ ਥਾਂ ਦੇ ਉੱਪਰ ਫਲਾਨੇ ਨੇ ਆਉਣਾ, ਤੁਸੀਂ ਜਾਣਾ, ਅਖਬਾਰਾਂ 'ਚ ਆ ਜਾਣਾ। ਹੁਣ ਦੇਖੋ, ਨਾ ਤੇ ਕੋਈ ਅਖਬਾਰਾਂ 'ਚ ਆਇਆ, ਨਾ ਕਿਸੇ ਨੇ ਪੁਲਾਂ 'ਤੇ ਲਿਖਿਆ। ਇਹਦਾ ਮਤਲਬ ਮਾਊਥ ਟੂ ਮਾਊਥ ਪਬਲਿਸਿਟੀ ਹੋਈ, ਗਾਂਹ ਦਾ ਅੱਗੇ ਤੋਂ ਅੱਗੇ ਸੁਨੇਹੇ ਲੱਗੇ ਤੇ ਹਰੇਕ ਬੰਦੇ ਤੱਕ ਗੱਲ ਪਹੁੰਚੀ ਤੇ ਉਹਨੇ ਸਮਾਂ ਵੀ ਕੱਢਿਆ ਜੀ। ਨਹੀਂ ਤੇ ਅਗਲਾ ਯਾਰ ਦਫਾ ਕਰ, ਦੁਪਹਿਰੇ ਕਿਹੜਾ 10 ਤੋਂ 12 ਉੱਥੇ ਖਲੋ ਜਾ ਕੇ, ਇਹ ਵੀ ਦੁਪਹਿਰੇ ਬਹਿ ਗਏ, ਸ਼ਾਮਾਂ ਨੂੰ ਕਰ ਲੈਂਦੇ ਠੰਡੇ ਹੋਏ, ਹੈ ਨਾ। ਉਹ ਕੰਮ ਨਹੀਂ ਹੈਗਾ। ਅਗਲਾ ਕਹਿੰਦਾ ਜਾਣਾ ਤੇ ਵੀਰ ਜਾਣਾ। ਸੰਧਾਲੀਆ ਸਾਹਿਬ, ਤੁਸੀਂ ਇਹ ਦੇਖੋ ਕਿ ਕਦੇ ਕਿਸੇ ਬੰਦੇ ਨੇ ਸੋਚਿਆ ਹੋਊਗਾ ਕਿ ਪੰਜਾਬ ਦਾ ਜਿਹੜਾ ਯੂਥ ਆ, ਨੌਜਵਾਨ ਆ, ਹਰਿਆਣੇ ਦੇ ਨੌਜਵਾਨ ਆ, ਉਹ ਕਿਸੇ ਕਿਸਾਨ ਲੀਡਰ ਦੇ ਕਹੇ ਦੇ ਉੱਤੇ 2 ਘੰਟੇ ਧੁੱਪੇ ਖੜੇ ਰਹਿਣਗੇ ਤੇ ਉਹ ਵੀ ਬੇਨਤੀ ਪੱਤਰ ਲੈ ਕੇ ਹੱਥ ਜੋੜ ਕੇ ਕਿ ਭਾਈ ਅਸੀਂ ਤੰਗ ਆ, ਜਾਣੀ ਆਮ ਤੌਰ ਤੇ ਹੁੰਦਾ ਕਿ ਜਾਮ ਲਾ ਦਿਓ, ਚ ਚੱਕ ਲਓ ਹੁੰਦੀ ਆ, ਆਹ ਕਰ ਦਿਓ, ਬੈਰੀਕੇਡ ਤੋੜ ਦਿਓ, ਚ ਚੱਕ ਲਓ। ਪਰ ਇਹ ਜਿਹੜਾ ਸੰਘਰਸ਼ ਹੁਣ ਸਬਰ ਵਾਲੇ ਪਾਸੇ ਨੂੰ ਆਇਆ ਕਿ ਨਹੀਂ ਭਾਈ ਆਪਾਂ ਲੋਕਾਂ ਦਾ ਸਾਥ ਲੈਣਾ, ਲੋਕਾਂ ਨੂੰ ਤੰਗ ਥੋੜ੍ਹੀ ਕਰਨਾ, ਉਹਦੇ ਵਿੱਚ ਜਿਸ ਤਰੀਕੇ ਦਾ ਨੌਜਵਾਨਾਂ ਦਾ ਸਹਿਯੋਗ ਮਿਲ ਰਿਹਾ, ਉਹ ਆਪਣੇ ਆਪ ਦੇ ਵਿੱਚ ਤਬਦੀਲੀ ਦਾ ਸੰਕੇਤ ਹੈ। ਹੁਣ ਤੁਸੀਂ ਦੇਖੋ, ਪੰਜਾਬ ਦੇ ਵਿੱਚ 13,000 ਪਿੰਡ ਨੇ, 1.5-200 ਕਸਬਾ, ਪਰ 2,000 ਤੋਂ ਵੱਧ ਥਾਵਾਂ ਤੇ ਲੋਕ ਇਕੱਠੇ ਹੋਏ। ਇਹਦਾ ਮਤਲਬ ਹੈ ਕਿ ਹਰ 6ਵੇਂ ਪਿੰਡ ਇਕੱਠ ਹੋਇਆ, ਲੋਕ ਉੱਥੇ ਇਕੱਠੇ ਹੋਏ, ਸੜਕਾਂ ਦੇ ਕਿਨਾਰੇ ਦੇ ਉੱਤੇ ਖੜੇ ਹੋਏ। 2,000 ਬਹੁਤ ਹੁੰਦਾ। ਇੱਦਾਂ ਹੀ ਹਰਿਆਣੇ 'ਚ ਸੀ, ਇੱਦਾਂ ਹੀ ਭਾਰਤ ਦੇ ਬਾਕੀ ਸੂਬਿਆਂ ਦੇ ਵਿੱਚ ਸੀ। ਠੀਕ ਹੈ, ਬਾਕੀ ਸੂਬਿਆਂ ਦੇ ਵਿੱਚ ਗਿਣਤੀ ਉਨੀ ਨਹੀਂ ਸੀ, ਥੋੜ੍ਹੇ ਥਾਵਾਂ ਤੇ ਲੋਕ ਇਕੱਠੇ ਹੋਏ, ਪਰ ਹਾਜ਼ਰੀ ਤਕਰੀਬਨ ਸਾਰੇ ਭਾਰਤ ਦੇਸ਼ ਦੇ ਵਿੱਚੋਂ ਲੱਗੀ ਹੈ। ਤਾਂ ਇਹਦਾ ਮਤਲਬ ਤਾਂ ਇਹ ਹੋਇਆ ਨਾ ਕਿ ਜੇ ਅਖਬਾਰ ਵੀ ਨਹੀਂ, ਜੇ ਲੋਕਾਂ ਨੂੰ ਬੱਸਾਂ 'ਚ ਵੀ ਨਹੀਂ ਢੋਇਆ, ਜੇ ਲੋਕਾਂ ਨੂੰ ਪੈਸੇ ਵੀ ਨਹੀਂ ਦੇਣੇ, ਲੋਕੀ ਸਿਲੰਡਰ ਵੀ ਆਪੋ ਆਪਣੇ ਘਰੋਂ ਮੋਢਿਆਂ ਤੇ ਚੁੱਕ ਕੇ ਲਿਆਏ, ਕੋਈ ਸਾਈਕਲ ਤੇ ਗਿਆ, ਲੋਕਾਂ ਨੇ ਪੋਸਟਰ ਬੈਨਰ ਵੀ ਆਪ ਆਪਣੇ ਪੱਲਿਓਂ ਪੈਸੇ ਲਾ ਕੇ ਬਣਾਏ, ਤਬਦੀਲੀ ਦਾ ਸੰਕੇਤ ਤਾਂ ਪਾ ਹੈਗਾ ਹੀ ਆ। ਇਹ ਤਬਦੀਲੀ ਦੇ ਸੰਕੇਤ ਦੇ ਨਾਲ ਨਾ ਮੈਨੂੰ ਇੱਕ ਚੀਜ਼ ਹੋਰ ਲੱਗਦੀ ਹੈ। ਜੁਲਾਈ ਮਹੀਨੇ ਦੇ ਵਿੱਚ ਹੀ ਜਿਹੜਾ ਮੌਨਸੂਨ ਸੈਸ਼ਨ ਹੋਣਾ, ਉਹਦੇ ਲਈ 19, 20, 21 ਦੀ ਕਾਲ ਤਾਂ ਆਲਰੇਡੀ ਦਿੱਤੀ ਹੈ ਵੀ 200 ਬੰਦੇ ਨੇ ਉੱਥੇ ਜਾਣਾ। ਮੈਨੂੰ ਇਹ ਲੱਗਦਾ ਕਿ ਹੋ ਸਕਦਾ ਕਿ ਵੀ ਇਸ ਤਰ੍ਹਾਂ ਦੇ ਪ੍ਰਦਰਸ਼ਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੂੰ ਇੱਕ ਰਾਹ ਰਸਤਾ ਲੱਭ ਜਾਵੇ ਵੀ ਦੇਖੋ, ਇਹਦੇ 'ਚ ਨਾ ਤਾਂ ਪੁਲਿਸ ਕੁਛ ਕਹਿ ਸਕਦੀ ਕਿਉਂਕਿ ਸੜਕਾਂ ਪਰ ਰੋਕੀ ਕੋਈ ਨਹੀਂ, ਧੱਕਾ ਪੈਣਾ ਕੀਤਾ ਕੋਈ ਨਹੀਂ, ਉੱਥੇ ਸਟੇਜ ਕੋਈ ਨਹੀਂ, ਰੌਲਾ ਰੱਪਾ ਕੋਈ ਨਹੀਂ। ਫਿਰ ਵੱਡੀ ਗੱਲ ਇਹ ਵੀ ਹੁੰਦੀ ਵੀ ਯਾਰ ਇੱਥੇ ਤਪਦੀ ਸੜਕ ਦੇ ਉੱਪਰ ਬਹਿਣਾ ਕਿੱਦਾਂ, ਔਖੇ ਹੋਵਾਂਗੇ, ਤੰਗ ਹੋਵਾਂਗੇ। ਆਹ ਜਿਹੜਾ ਕੰਮ ਹੈ ਵੀ ਸੜਕ ਦੇ ਕੰਢਿਆਂ ਦੇ ਉੱਪਰ ਤੁਸੀਂ ਖੜ ਜਾਣਾ, ਲੰਘਣਾ ਤੇ ਉਸੇ ਸੜਕ ਤੋਂ ਹੀ ਹੈ ਜੀ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਨਾ ਹੋਵੇ ਕਿ ਵੀ ਜੇ ਇਸੇ ਤਰ੍ਹਾਂ ਹੀ ਇਹ ਕੰਮ ਚੱਲਦਾ ਰਿਹਾ ਤੇ ਮੌਨਸੂਨ ਸੈਸ਼ਨ ਜਦੋਂ ਚੱਲਣਾ, ਜਦੋਂ ਪਤਾ ਲੱਗਣਾ ਵੀ ਪੂਰੇ ਦੇਸ਼ ਤੋਂ ਚੁਣੇ ਹੋਏ ਨੁਮਾਇੰਦੇ, ਮੈਂਬਰ ਪਾਰਲੀਮੈਂਟ ਸਾਹਿਬਾਨ ਪਲੱਸ ਉਹਨਾਂ ਦਾ ਅਮਲਾ ਫੈਲਾ, ਹੋਰ VVIP ਲੋਕ ਉਹਨਾਂ ਸੜਕਾਂ ਤੋਂ ਲੰਘਣਗੇ ਜਿਹੜੀਆਂ ਕਿ ਪਾਰਲੀਮੈਂਟ ਨੂੰ ਜਾਂਦੀਆਂ, ਤੇ ਉਹਨਾਂ ਸੜਕਾਂ ਦੇ ਦੋਹੀਂ ਪਾਸੇ ਜੇ ਇਸੇ ਤਰ੍ਹਾਂ ਹੀ ਸ਼ਾਂਤੀ ਦੇ ਨਾਲ ਮੰਨ ਲਓ ਸਵੇਰ ਤੋਂ ਲੈ ਕੇ ਤੇ ਸ਼ਾਮ ਤੱਕ ਉਹੀ ਬਜ਼ੁਰਗ ਬੈਠੇ ਹੋਣ, ਕਹਿਣ ਕੁਛ ਨਾ, ਤਖਤੀ ਹੱਥ 'ਚ ਹੋਵੇ ਵੀ ਮਹਾਰਾਜ ਇੰਨੇ ਮਹੀਨੇ ਹੋ ਗਏ ਬੈਠੇ ਨੂੰ, ਸਾਡਾ ਕੁਛ ਸੋਚ ਲਓ,
ਤਰੀਕਾ ਕਿੱਡਾ ਵਧੀਆ ਲੱਭ ਗਿਆ। ਬਹੁਤ ਹੀ ਵਧੀਆ। ਤੇ ਲੀਡਰਾਂ ਨੂੰ ਬਾਹਰ ਬੈਠਿਆਂ ਨੂੰ ਸੰਗ ਆਜੂ ਕਿ ਭਾਈ ਉਧਰ ਨੂੰ ਦੇਖਣਾ ਨਹੀਂ ਹੈਗਾ, ਜੇ ਅੱਖਾਂ ਚਾਰ ਹੋ ਗਈਆਂ ਤਾਂ ਔਖਾ ਹੋ ਜਾਊਗਾ। ਨਾਲੇ ਦੇਖਣਗੇ ਕਿਧਰ, ਦੇਖੋ ਸਾਹਮਣੇ ਦੇਖਣਾ ਤੇ ਦੂਰ ਤੱਕ ਦੀ ਦੋਹੀਂ ਬੰਨੀ ਜੀ, ਖੱਬੇ ਦੇਖਣਾ ਤਾਂ ਵੀ ਹੈਗੇ, ਸੱਜੇ ਦੇਖਣਾ ਤਾਂ ਵੀ ਹੈਗੇ, ਰੋਕਣਾ ਕਿਸੇ ਨੂੰ ਜੇ ਸ਼ੀਸ਼ੇ 'ਚ ਦੇਖਣਾ ਤਾਂ ਵੀ ਹੈਗੇ, ਤਾਂ ਵੀ ਹੈਗੇ। ਹਾਂ, ਇਹ ਸ਼ਾਂਤੀ ਦੇ ਨਾਲ ਕੀਤਾ ਗਿਆ। ਆਪਣੇ ਆਪ ਦੇ ਵਿੱਚ ਬਹੁਤ ਵੱਡਾ ਪ੍ਰਦਰਸ਼ਨ ਹੋਣਾ ਜੇ ਨੇਪਰੇ ਚੜ ਜਾਏ। ਵੈਸੇ ਪਤਾ ਹੀ ਲੱਗਿਆ ਕਿ ਵਿਰੋਧੀ ਧਿਰਾਂ ਦੇ ਜਿਹੜੇ ਲੀਡਰ ਨੇ, MP ਨੇ, ਉਹਨਾਂ ਨੇ ਤਿਆਰੀ ਸ਼ੁਰੂ ਕਰਤੀ। ਉਹਨਾਂ ਨੂੰ ਪਤਾ ਲੱਗ ਗਿਆ ਕਿ ਅਜੇ ਤੱਕ ਤੇ ਇਹ ਸੀ ਕਿ ਸੱਤਾਧਾਰੀ ਧਿਰ ਦਾ ਵਿਰੋਧ ਹੁੰਦਾ ਸੀ, ਪਰ ਐਤਕੀ ਪਾਰਲੀਮੈਂਟ ਦੇ ਸੈਸ਼ਨ 'ਚ ਜੇ ਅਸੀਂ ਇਹ ਕਹੇ ਕਿ ਨਹੀਂ ਸ਼ਾਦੀ ਹੈ, ਮੈਂ ਤਾਂ ਵਿਆਹ ਜਾਣਾ ਸੀ, ਮੈਂ ਤਾਂ ਹਲਕੇ ਦੇ ਵਿੱਚ ਕੰਮਾਂ ਤੇ ਨਾ, ਹੁਣ ਜਾਣਾ ਪਊਗਾ। ਹਾਂ, ਡਾਕਟਰ ਹੈ ਤੁਸੀਂ ਨਾ ਰੈਸਟ ਕਰੋ। ਗਿੱਟੇ ਦੇ ਵਿੱਚ ਨਾ ਥੋੜੀ ਜਿਹੀ ਮਚਕੋਟ ਟਾਈਪ ਲੱਗਦੀ ਹੈ, ਸੋਜਿਸ਼ ਲੱਗਦੀ ਹੈ। ਹਾਂ, ਕਹਿੰਦੇ ਨਾ ਮੇਰੇ ਨਾ ਡਿਸਕ ਪਤਾ ਨਹੀਂ ਹਿੱਲ ਗਈ ਹੈ, ਪਤਾ ਨਹੀਂ ਵਾਹ ਹੋ ਗਈ ਹੈ, ਉੱਥੇ ਕੀ ਹੋਇਆ ਏ। ਉਹ ਸਾਰੀਆਂ ਚੀਜ਼ਾਂ ਨਾ ਵੀ ਵੀਰ ਮੇਰਾ, ਭਾਵੇਂ ਤੂੰ 2 ਗੋਲੀਆਂ ਮੈਨੂੰ ਪੇਨ ਕਿਲਰ ਦੀਆਂ ਦੇ ਦੇ, ਮੈਨੂੰ ਜਾ ਲੈਣ ਦਿਓ। ਆਪਾਂ ਮੈਂ ਸਿੱਧਾ ਟੀਕਾ ਲਾ ਕੇ ਦਿਹਾੜੀ ਉੱਥੇ ਖੜੇ ਹੋਣ ਜੋਗਾ ਕਰਦੇ। ਹੁਣ ਵਿਰੋਧੀ ਧਿਰਾਂ ਵਾਲਿਆਂ ਦੇ ਲਈ ਪਾਰਲੀਮੈਂਟ ਦੇ ਵਿੱਚ ਜਾਣਾ ਵੀ ਜ਼ਰੂਰੀ ਹੈ, ਉੱਥੇ ਗੱਲ ਕਰਨੀ ਵੀ ਜ਼ਰੂਰੀ ਹੈ, ਬਾਈਕਾਟ ਤੋਂ ਬਿਨਾਂ ਉੱਥੇ ਬੈਠਣਾ ਵੀ ਜ਼ਰੂਰੀ ਹੈ, ਕਿਸਾਨ ਮੁੱਦਿਆਂ ਤੇ ਧਿਆਨ ਕੇਂਦਰਿਤ ਕਰਾਉਣਾ ਵੀ ਜ਼ਰੂਰੀ ਹੈ। ਉਧਰ ਕਿਸਾਨ ਪ੍ਰਦਰਸ਼ਨ ਕਰਦੇ ਸੀ, ਉਧਰੋਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਉਹਨਾਂ ਦਾ ਇੱਕ ਬਿਆਨ ਆ ਗਿਆ। ਉਹ ਕਹਿੰਦੇ ਜੀ ਦੇਖੋ, ਮੈਂ ਮੀਡੀਆ ਦੇ ਮਾਰਫਤ, ਮੀਡੀਆ ਦੇ ਰਾਹੀਂ ਇੱਕ ਵਾਰੀ ਫੇਰ ਸੁਨੇਹਾ ਭੇਜ ਦਿੰਨਾ ਕਿ ਕਾਨੂੰਨ ਰੱਦ ਤਾਂ ਨਹੀਂ ਹੋਣੇ, ਸੋਧ ਕਰਾਉਣੀਆਂ ਤਾਂ ਆ ਜਾਓ, ਬੈਠੋ ਗੱਲ ਕਰਦੇ ਆ। ਮੰਡੀਆਂ ਕਿਤੇ ਨਹੀਂ ਚੱਲੀਆਂ, ਮੰਡੀਆਂ ਇੱਦਾਂ ਹੀ ਰਹਿਣਗੀਆਂ, APMC। ਇਹਦੇ ਤੋਂ ਇਲਾਵਾ ਮੰਡੀਆਂ ਇੱਦਾਂ ਹੀ ਰਹਿਣਗੀਆਂ ਤੇ ਘੱਟੋ ਘੱਟ ਕੀਮਤ ਨਿਰਧਾਰਿਤ ਵੀ ਕਰਾਂਗੇ, ਵਧਾਵਾਂਗੇ ਵੀ ਤੇ ਦੇਵਾਂਗੇ ਵੀ। ਤੇ ਮੈਂ ਕਿਸਾਨਾਂ ਨੂੰ ਬੇਨਤੀ ਕਰਦਾ ਕਿ ਆਪਣਾ ਅੰਦੋਲਨ ਖਤਮ ਕਰ ਦਿਓ, ਗੱਲਬਾਤ ਦੇ ਟੇਬਲ ਤੇ ਆ ਜਾਓ, ਬਾਕੀ ਲੋਕਾਂ ਨੂੰ ਘਰੋਂ ਘਰੀ ਭੇਜ ਦਿਓ, ਕਾਨੂੰਨ ਰੱਦ ਨਹੀਂ ਹੋਣੇ। ਐਨ ਉਸੇ ਦਿਨ, ਜਿਸ ਦਿਨ ਕਿਸਾਨ ਜਥੇਬੰਦੀਆਂ ਮਹਿੰਗਾਈ ਦੇ ਮੁੱਦੇ ਦੇ ਉੱਤੇ ਦੇਸ਼ ਦੇ ਲੋਕਾਂ ਨੂੰ ਨਾਲ ਲੈਣ ਦੀ ਕੋਸ਼ਿਸ਼ ਕਰ ਰਹੀਆਂ, ਤੇ ਉਸੇ ਦਿਨ ਜੇ ਖੇਤੀਬਾੜੀ ਮੰਤਰੀ ਸਾਹਿਬ ਦਾ ਇਹ ਬਿਆਨ ਆਉਂਦਾ ਤਾਂ ਇਹਦਾ ਮਤਲਬ ਹੈ ਕਿ ਠੀਕ ਹੈ 23% ਮੰਤਰੀ ਬਦਲਤੇ, ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਕਿ ਉਹ ਵੀ ਕਾਬਿਲ ਹੀ ਸੀਗੇ, ਹੋਰ ਕਾਰਨਾਂ ਦੇ ਕਰਕੇ ਲਾਹੇ ਹੈ, ਤਾਂ 23% ਮੰਤਰੀ ਬਦਲਣ ਦੇ ਬਾਵਜੂਦ ਵੀ ਜੇ ਖੇਤੀਬਾੜੀ ਮੰਤਰੀ ਸਾਹਿਬ ਐਨ ਪਹਿਲਾਂ ਵਾਲੀ ਗੱਲ ਦੇ ਉੱਤੇ ਕਾਇਮ ਹੈ, ਫਿਰ ਵਿਚਾਰਨਾ ਤਾਂ ਪਊਗਾ। ਨਹੀਂ, ਉਹਨਾਂ ਵਿਚਾਰ ਕੇ ਬਿਆਨ ਦਿੱਤਾ। ਫਿਰ ਉਹ ਕਮਲੀਆਂ ਗੱਲਾਂ ਕਿ ਇਹਨਾਂ ਭੋਲੀਆਂ ਗੱਲਾਂ ਕਰਨ ਲੱਗ ਪਏ ਨੇ WhatsApp। ਅਗਲਾ ਬੰਦਾ ਇਹਨ ਬੇਨ ਬਿਆਨ ਦਿੰਦਾ ਸੀ ਤਾਂ ਹੀ ਤਾਂ ਉਹਦੀ ਕੁਰਸੀ ਕਾਇਮ ਨਹੀਂ, ਤੇ ਹੁਣ ਉਹ ਜਿਹੜੇ ਪਹਿਲੇ ਬਦਲੇ ਸੀ ਉਹਨਾਂ 'ਚ ਤੋਮਰ ਸਾਹਿਬ ਦਾ ਨਾਮ ਹੋਣਾ, ਨਹੀਂ ਤਾਂ 25% ਹੋਣੇ ਸੀ। ਉਹੀ ਤਾਂ ਗੱਲ ਤੇਰੀ। ਉਹਨਾਂ ਨੇ ਦੇਖਿਆ ਵੀ ਆਹੀ ਉਹ ਮੰਤਰ, ਆਹੀ ਉਹ ਫਾਰਮੂਲਾ ਹੈ ਵੀ ਜੋ ਆਵੇ ਗੱਲ ਉੱਪਰੋਂ, ਭਾਵੇਂ ਅਖਬਾਰਾਂ 'ਚ ਲੋਕ ਕਹਿਣ ਵੀ ਮਹਾਰਾਜ ਇਹ ਤਾਂ ਅੱਗੇ ਵੀ 20 ਵਾਰਾਂ ਕਹਿ ਚੁੱਕੇ, ਉਹ ਨਾ ਕਹੋ ਨਾ, ਕਹਿਣਾ ਜ਼ਰੂਰ ਕਿਸੇ ਵੇਲੇ ਹੁੰਦਾ ਨਾ ਵੀ ਮਤਲਬ ਪੰਡਤ ਨੇ ਦੱਸਿਆ ਹੁੰਦਾ ਵੀ ਵੀਰ ਮੇਰਾ ਇਹ ਜਾਪ ਤੂੰ ਕਰਨਾ ਹੀ ਕਰਨਾ, ਜੇ ਤੂੰ ਬਸ ਉਦੋਂ ਮੱਸਿਆ ਦੀ ਰਾਤ ਨੂੰ ਕਾਲੇ ਕੁੱਤੇ ਨੂੰ ਕਾਲੇ ਮਾਂ ਚਾਰਤੇ ਨਾ, ਮਤਲਬ ਕੁੱਤਾ ਭਾਵੇਂ ਸਵੇਰੇ ਬੁੜਕ ਜੇ ਪਰ ਤੂੰ ਇਹ ਕੰਮ ਕਰਨਾ ਜ਼ਰੂਰ ਹੈ। ਉਹ ਕੰਮ ਉਹ ਜਿਹੜਾ ਮਤਲਬ ਉਪਾਏ ਦੇ ਤੌਰ ਦੇ ਉੱਪਰ ਉਹਨਾਂ ਨੂੰ ਲੱਗਿਆ ਵੀ ਭਾਈ ਸਾਹਿਬ ਇਸ ਦਿਨ ਜਦੋਂ ਇਹ ਸਾਰਾ ਕੁਝ ਹੋ ਰਿਹਾ, ਇਹ ਬਿਆਨ ਆਪਾਂ ਦੇਣਾ। ਵੈਸੇ ਇੱਕ ਗੱਲ ਹੈ, ਹੁਣ ਇਹ ਵੀ ਤਾਂ ਸੁਣਨ ਚਾਹੁੰਦਾ ਨਾ ਵੀ ਜਿਹੜੀ ਕੈਬਨਿਟ ਵਾਲੀ ਮੀਟਿੰਗ ਹੋਈ ਉਹਦੇ 'ਚ ਖੇਤੀ ਲਈ ਬਹੁਤ ਵੱਡਾ ਪੈਕੇਜ ਹੈ। ਮੈਂ ਪੜ੍ਹ ਰਿਹਾ ਸੀ ਵੀ ਕੋਈ ਪੈਕੇਜ ਕੁਝ ਸਮਝ ਆਵੇ, ਪਰ ਗੱਲ ਉਹਦੀ ਮੈਨੂੰ ਕੋਈ ਪੱਲੇ ਪਈ ਨਹੀਂ। ਦੇਖੋ ਤੁਸੀਂ ਕਲੀਅਰ ਕੱਟ ਗੱਲ ਕਿ 1 ਲੱਖ ਕਰੋੜ ਰੁਪਈਆ, ਆਹੋ 1 ਲੱਖ ਕਰੋੜ ਰੁਪਈਆ ਮੰਡੀਆਂ ਰਾਹੀਂ ਭਾਰਤ ਦੇ ਕਿਸਾਨਾਂ ਨੂੰ ਦੇਣਾ ਹੈ। ਹਾਂ, ਮਤਲਬ 1 ਲੱਖ ਕਰੋੜ ਰੁਪਈਆ ਉਹ ਹੋ ਗਿਆ ਜਿੰਨਾ ਪੰਜਾਬ ਦੇ ਸਾਰੇ ਕਿਸਾਨਾਂ ਦੇ ਸਿਰ ਦੇ ਉੱਪਰ ਸਰਕਾਰੀ ਪ੍ਰਾਈਵੇਟ ਆੜਤੀਆਂ ਦਾ ਇੱਧਰ ਉੱਧਰ ਦਾ ਕਰਜ਼ਾ ਉਹਨੇ ਪੈਸੇ, ਉਹ ਤੋਂ ਪੂਰਾ ਜ਼ਿਆਦਾ ਹੀ 10,000। ਹਾਂ, ਹੁਣ ਉਹ ਸਾਰੇ ਪੈਸੇ ਜਿਹੜੇ ਹੈ ਉਹ ਮੰਡੀਆਂ ਰਾਹੀਂ ਦੇਣੇ ਆ, ਪੈਕੇਜ ਦੇ ਰੂਪ 'ਚ ਦੇਣੇ ਆ। ਕਿਵੇਂ ਮਿਲਣਗੇ, ਕਿਹਨਾਂ ਨੂੰ ਕਿੰਨੇ ਮਿਲਣਗੇ, ਇਹ ਤਾਂ ਸਮਝ ਨਹੀਂ ਆਈ। ਪਰ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਕਿਸਾਨਾਂ ਨੂੰ ਨਾਲ ਤੁਰਨ ਦੇ ਲਈ, ਖੁਸ਼ ਕਰਨ ਦੇ ਲਈ ਯਤਨ ਜਾਰੀ ਹੈ। ਟਕੈਤ ਸਾਹਿਬ UP ਤੋਂ ਨੇ, ਰਾਕੇਸ਼ ਟਕੈਤ ਹੋਰੀ, ਉਹਨਾਂ ਨੂੰ ਪੁੱਛਿਆ ਕਿ ਜੀ ਤੋਮਰ ਸਾਹਿਬ ਤਾਂ ਅੱਜ ਵੀ ਆ ਕਹੀ ਜਾਂਦੇ ਤੁਸੀਂ ਸਿਲੰਡਰ ਸਿਰ ਤੇ ਚੱਕੀ ਫਿਰਦੇ ਹੋ, ਟਕੈਤ ਹੋਣਾ ਸਿਰ ਤੇ ਸਿਲੰਡਰ ਚੱਕਿਆ ਸੀ ਕੱਲ, ਕਿ ਭਾਈ ਆ ਦੇਖੋ ਸਿਲੰਡਰ ਕਿੰਨਾ ਮਹਿੰਗਾ, ਆਮ ਲੋਕਾਂ ਦਾ ਜੀਣਾ ਔਖਾ ਹੋਇਆ ਪਿਆ, ਰਸੋਈ ਦੇ ਵਿੱਚੋਂ ਧੂੰਆਂ ਨਹੀਂ ਨਿਕਲਦਾ, ਦਾਲ ਸਬਜ਼ੀ ਰੋਟੀਆਂ ਬਣਾਉਣ ਕਿੱਦਾਂ ਤੇ ਖਾਣ ਕਿੱਦਾਂ। पत्रकारों ने पूछा, वो कहते अच्छा तोमर साहब ने ये कहा, अगर तोमर साहब ने ये कहा है कोई बात नहीं, हम अगले महीने की 1 तारीख से यूपी में शुरू कर देंगे अपना काम। हुण वो कहते कि 1 अगस्त तो असी उत्तर प्रदेश सारे दे विच अंदोलन नवें सिरों शुरू कर देना, 12 तरीक तो हुणे कहते मीटिंगां शुरू कर देनियां मंडलों दीयां, ते असी फिर नीरियां लिया देवांगे उत्थे, फिर पता लग जूगा कि भाई कानून वापस लैणे कि नहीं लैणे। हुणे तां सारिआं नूं पता कि चोणां पंजाब च भी है ते चोणां यूपी च भी है, पर बहुतियां किसान जथेबंदियां इस गल दे उत्ते ध्यान केंद्रित कर रहीआं कि कानूनां दी डोर केंद्र दे हत्थ च है ते केंद्र सरकार नूं बहुता फर्क नहीं पैंदा कि पंजाब दे विचों जितदे आ कि हरदे, पर क्योंकि यूपी दे विच 80 लोक सभा दीयां सीटां उत्थों सरकार बननी है ते उत्थों सरकार डिगनी है, इस करके केंद्र दी सरकार तो वो काम कराउण दे लई सारा ध्यान उत्तर प्रदेश के उत्ते देना चाहुंदे आ। ते टकैत होरां ने तां कह भी दित्ता कि भाई अगस्त तो शुरू करांगे, सितंबर अक्तूबर ते नवंबर 4 महीने वो कहंदे मुहिम चलू,
ਨਵੰਬਰ ਤੱਕ ਸਰਕਾਰ ਨੂੰ ਪਤਾ ਲੱਗਣਾ ਕਿ ਯੂਪੀ ਦਾ ਨਤੀਜਾ ਕੀ ਹੋਣ ਵਾਲਾ। ਹੁਣ ਜੀ ਇਹਨਾਂ ਇਲੈਕਸ਼ਨਾਂ ਦੇ ਵਿੱਚ ਹੀ ਮੈਨੂੰ ਇਹ ਸੀ ਕਿ ਜਿਹੜੀ ਹੁਣ ਇਹ ਕੱਲ ਪਰਸੋਂ ਦੀ ਵਾਹਵਾ ਚਰਚਾ ਗਰਮ ਹੋਈ ਪਈ ਆ ਵੀ ਗੁਰਨਾਮ ਸਿੰਘ ਚੜੂਨੀ ਹੋਰਾਂ ਦਾ ਵੱਖਰਾ ਸਟੈਂਡ, ਹਾਲਾਂਕਿ ਉਹ ਬੰਦੇ ਨੇ ਬੜਾ ਕਲੀਅਰ ਕਰ ਦਿੱਤਾ ਵੀ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਇਹਦੇ 'ਚ ਕਾਲ ਨਹੀਂ ਹੈਗੀ, ਸੰਯੁਕਤ ਕਿਸਾਨ ਮੋਰਚਾ ਕੋਈ ਨਹੀਂ ਕਹਿੰਦਾ ਵੀ ਅਸੀਂ ਇਹ 'ਚ ਇਲੈਕਸ਼ਨ ਲੜਨੀ ਹੈ, ਇਹ ਜਸਟ ਮੇਰੇ ਇੱਕ ਆਪਣੇ ਵਿਚਾਰ ਆ, ਕਿਉਂਕਿ ਮੈਨੂੰ 29-30 ਸਾਲ ਹੋ ਗਏ ਕਹਿੰਦੇ ਯੂਨੀਅਨ 'ਚ ਕੰਮ ਕਰਦੇ ਆ, ਤੇ ਮੈਂ ਵੰਨ-ਸਵੰਨੀਆਂ ਸਰਕਾਰਾਂ ਦੇਖ ਲਈਆਂ ਜਿਹੜੀਆਂ ਇੱਕ ਵਾਰਾਂ ਕੁਛ ਕਹਿੰਦੀਆਂ, ਉਦੋਂ ਬਾਅਦ ਵਿਰੋਧੀ ਆਪਣੇ ਨਾਲ ਹੁੰਦੇ ਆ, ਇੱਦਾਂ ਜਾਪਦਾ ਵੀ ਯਾਰ ਇਹ ਵਿਰੋਧੀ ਮੇਰਾ ਮਤਲਬ ਸਾਥੀ ਆ, ਸ਼ਾਇਦ ਇਹ ਕੁਛ ਕਰੂਗਾ, ਮੈਂ ਇਹਨੂੰ ਕੁਰਸੀ ਤੇ ਬਿਠਾ ਦਾਂ। ਜਦੋਂ ਉਹਨੂੰ ਅਸੀਂ ਕੁਰਸੀ ਤੇ ਬਿਠਾਉਂਦੇ ਉਹ ਸਾਡੇ ਛਿੱਤਰ ਮਾਰਨ ਲੱਗ ਪੈਂਦਾ, ਫਿਰ ਉਹ ਜਿਹੜਾ ਪਹਿਲਾਂ ਲਾਇਆ ਹੁੰਦਾ ਉਹ ਸਾਡੇ ਨਾਲ ਆਣ ਕੇ ਰਲ ਜਾਂਦਾ ਵੀ ਨਹੀਂ ਅਸੀਂ ਤੇਰੇ ਆ ਯਾਰ, ਕੋਈ ਗੱਲ ਨਹੀਂ, ਤੂੰ ਸਾਨੂੰ ਵੋਟਾਂ ਪਾ। ਵੀ ਜਿਹੜਾ ਅਸੀਂ ਉਹਨਾਂ ਨੂੰ ਵੀ ਵੋਟਾਂ ਪਾ ਕੇ ਉਸ ਪਾਸੇ ਲਈ ਜਾਂਦੇ, ਅਸੀਂ ਕਿਉਂ ਨਾ ਇੱਕ ਪੰਜਾਬ ਮਾਡਲ ਬਣਾ ਦਈਏ ਇਹਨਾਂ ਇਲੈਕਸ਼ਨਾਂ 'ਚ, ਜਿਹੜਾ ਪੰਜਾਬ ਮਾਡਲ ਵਾਕਿਆ ਹੀ ਲੋਕਾਂ ਵੱਲੋਂ ਚੁਣਿਆ ਗਿਆ ਹੋਵੇ, ਲੋਕਾਂ ਲਈ ਉਹ ਕੰਮ ਕਰੇ, ਤੇ ਉਸ ਪੰਜਾਬ ਮਾਡਲ ਦੀ ਉਦਾਹਰਨ ਫਿਰ ਪੂਰੇ ਦੇਸ਼ 'ਚ ਜਾਵੇ ਕਿ ਆਹ ਦੇਖੋ ਯਾਰ ਲੀਡਰ ਜਿਹੜੇ ਰਵਾਇਤੀ ਲੀਡਰ ਨੇ ਜਿਨ੍ਹਾਂ ਨੇ ਸਿਰਫ ਲੀਡਰ ਕਰਨੀ, ਜਿਹਨਾਂ ਕਾਰੋਬਾਰ ਬਣਾ ਲਿਆ ਸਿਆਸਤ ਨੂੰ, ਉਹਨਾਂ ਨੂੰ ਲਾਂਭੇ ਕਰਕੇ ਆਮ ਲੋਕਾਂ ਨੂੰ ਅੱਗੇ ਲਿਆਂਦਾ ਜਾਵੇ ਤਾਂ ਜੋ ਆਮ ਲੋਕ ਆਪਣੀਆਂ ਸਮੱਸਿਆਵਾਂ ਦੇ ਲਈ ਖੁਦ ਹੱਲ ਕੱਢ ਲੈਣ। ਹੁਣ ਇਹਦੇ ਤੋਂ ਬਾਅਦ ਚਰਚਾ ਵੰਨ-ਸੁਵੰਨੀ ਤੁਰੀ ਜਾਂਦੀ ਉਹ, ਕਿਉਂਕਿ ਸੰਯੁਕਤ ਕਿਸਾਨ ਮੋਰਚੇ ਵਾਲੇ ਪਾਸੋਂ ਸਾਰੇ ਲੀਡਰ ਆਖੀ ਜਾਂਦੇ ਆਪਾਂ ਤੇ ਸਹਿਮਤ ਨਹੀਂ। ਦੇਣਾ ਦੇਖੋ ਸੰਧਾਲੀਆ ਸਾਹਿਬ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਬਹੁਤ ਵੱਡਾ ਸਵਾਲ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 'ਚ ਹਿੱਸਾ ਲੈਣਾ ਚਾਹੀਦਾ ਕਿ ਨਹੀਂ। ਬਹੁਤ ਸਾਰੇ ਲੋਕ ਮੰਨਦੇ ਆ ਕਿ ਹਿੱਸਾ ਲੈਣਾ ਚਾਹੀਦਾ ਤੇ ਬਹੁਤ ਸਾਰੇ ਕਹਿੰਦੇ ਨਹੀਂ ਵੀ ਲੈਣਾ ਚਾਹੀਦਾ। ਪਹਿਲੀ ਗੱਲ ਕਿ ਜੇ ਚੜੂਨੀ ਸਾਹਿਬ ਨੇ ਕੋਈ ਗੱਲ ਕਹਿ ਦਿੱਤੀ ਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਜਥੇਬੰਦੀਆਂ ਦੋ ਫਾੜ ਹੋ ਗਈਆਂ। ਇਹਨੂੰ ਇਦਾਂ ਵੀ ਕੋਈ ਮੁੱਛ ਦਾ ਸਵਾਲ ਬਣਾ ਕੇ ਨਾ ਤੁਰ ਲੈ। ਲੋਕਤੰਤਰ ਹੈ, ਵਿਚਾਰ ਆ, ਵਿਚਾਰ ਦੇ ਉੱਤੇ ਚਰਚਾ ਹੋਊਗੀ। ਜੇ ਬਾਕੀ ਬੰਦੇ ਮਨਾ ਕਰਦੇ ਆ ਤੇ ਚੜੂਨੀ ਸਾਹਿਬ ਕਿਹੜਾ ਉਹਨਾਂ ਨੂੰ ਗਾਲਾਂ ਕੱਢਦੇ ਆ। ਜਾਣੀ ਇੱਕ ਦੂਜੇ ਦੇ ਵਿਚਾਰਾਂ ਦਾ ਸਤਿਕਾਰ ਹੈ। ਦੂਸਰੀ ਗੱਲ ਕਿ ਹਿੱਸਾ ਲੈਣਾ ਚਾਹੀਦਾ ਕਿ ਨਹੀਂ, ਮੇਰੇ ਵਰਗਾ ਬੰਦਾ, ਤੁਹਾਡੇ ਵਰਗਾ ਬੰਦਾ ਜਾਂ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ 'ਚ ਕੋਈ ਬੰਦਾ ਕਹਿ ਸਕਦਾ ਲੈਣਾ ਚਾਹੀਦਾ, ਕੋਈ ਕਹਿੰਦਾ ਨਹੀਂ ਲੈਣਾ ਚਾਹੀਦਾ। ਪਰ ਪਿੱਛੇ ਕਾਰਨ ਕੀ ਹੈ? ਪਹਿਲੀ ਗੱਲ, ਜੇ ਅੱਜ ਇਹ ਚੜੂਨੀ ਸਾਹਿਬ ਦੀ ਗੱਲ ਠੀਕ ਹੈ, ਭਲਕ ਨੂੰ ਇਲੈਕਸ਼ਨ ਆਜੂ, ਲੋਕ ਵੋਟਾਂ ਪਾਉਣ ਜਾਣਗੇ ਤੇ ਉਹੀ ਲੀਡਰ ਹੋਣੇ ਆ, ਫਿਰ ਉਹ ਬੰਦੇ ਜਿਹੜੇ ਕਿਸਾਨਾਂ ਦੇ ਨਾਲ ਆ ਫਿਰ ਵੋਟ ਕਿਹਨੂੰ ਪਾਉਣ? ਜੇ ਘਰੇ ਰਹਿ ਲੈਣਗੇ ਤਾਂ ਬੰਦੇ ਤਾਂ ਵੀ ਜਿੱਤ ਜਾਣੇ। ਤੁਸੀਂ ਵੀ ਗੱਲ ਕਰਦੇ ਹੁੰਦੇ ਆ, ਇਹ ਗੱਲ ਠੀਕ ਹੈ ਕਿ ਜੇ ਲੋਕਾਂ ਦੇ ਪਸੰਦੀਦਾ ਉਮੀਦਵਾਰ, ਪਸੰਦੀਦਾ ਧਿਰ ਹੋਊਗੀ ਤਾਂ ਸ਼ਾਇਦ ਦਰੁਸਤ ਹੋ ਜਾਏ। ਬਹੁਤ ਚੰਗੀ ਗੱਲ ਹੈ। ਲੋਕ ਨਤੀਜਾ ਚਾਹੁੰਦੇ ਆ, ਇਸ ਰੂਪ 'ਚ ਚਾਹੁੰਦੇ, ਕਿਉਂਕਿ 3 ਕਾਨੂੰਨ ਹੀ ਕਾਫੀ ਨਹੀਂ। ਸਿਹਤ, ਸਿੱਖਿਆ, ਪਾਣੀ, ਹਵਾ, ਧਰਤੀ ਹੇਠਲਾ ਪਾਣੀ, ਖੇਤੀਬਾੜੀ ਦੇ ਬਾਕੀ ਜਿਹੜੇ ਢਾਂਚੇ ਨੂੰ ਦਰੁਸਤ ਕਰਨਾ ਤਾਂ ਸਰਕਾਰ ਚਾਹੀਦੀ ਹੈ। ਪਰ ਦੂਸਰੇ ਪਾਸੇ ਸਵਾਲ ਇਹ ਹੈ ਕਿ ਕੀ ਪੋਲੀਟੀਕਲ ਪਾਰਟੀ ਚਾਹੀਦੀ ਹੈ ਕਿ ਪ੍ਰੈਸ਼ਰ ਗਰੁੱਪ ਤਕੜਾ ਚਾਹੀਦਾ? ਜ਼ਰੂਰੀ ਨਹੀਂ ਹੁੰਦਾ ਕਿ ਥੱਪੜ ਮਾਰ ਕੇ ਬੰਦਾ ਡਰਾਉਣਾ ਹੈ। ਕਈ ਵਾਰੀ ਹੁੰਦਾ ਕਿ ਬੰਦੇ ਦਾ ਛਿੱਤਰ ਤਕੜਾ ਹੋਵੇ ਤਾਂ ਸਾਹਮਣੇ ਵਾਲੇ ਸਾਰੇ ਡਰਦੇ ਰਹਿਣ। ਹੁਣ ਸੰਧਾਲੀਆ ਸਾਹਿਬ, ਅੱਜ ਜੇ ਕਿਸਾਨ ਜਥੇਬੰਦੀਆਂ ਕਹਿ ਦੇਣ ਕਿ ਠੀਕ ਹੈ ਜੀ, ਲੋਕਾਂ ਦੀ ਰਾਏ ਨੂੰ ਸਾਹਮਣੇ ਰੱਖਦੇ ਹੋਏ ਅਸੀਂ ਸੋਚਦੇ ਹਾਂ ਕਿ ਇਲੈਕਸ਼ਨ 'ਚ ਕਿੱਦਾਂ ਕਰਨੀ ਹੈ। ਪਹਿਲੀ ਗੱਲ ਹੈ ਕਿ ਜਿਹੜੀਆਂ ਪਾਰਟੀਆਂ ਨੇ ਰਵਾਇਤੀ, ਜਿਨ੍ਹਾਂ ਦੇ ਕੋਲੇ ਰੋਕੜੇ ਬਹੁਤ ਆ, ਨੋਟ ਬਹੁਤ ਆ, ਸਾਧਨ ਬਹੁਤ ਆ, IT ਸੈੱਲ ਤਕੜੇ ਨੇ, ਉਹਨਾਂ ਨੇ ਇਹਨਾਂ ਹੀ ਕਿਸਾਨ ਲੀਡਰਾਂ ਦੇ 4 ਮਹੀਨੇ, 6 ਮਹੀਨੇ, 8 ਮਹੀਨੇ ਪੁਰਾਣੇ ਬਿਆਨ ਸਾਹਮਣੇ ਲਿਆਉਣਾ। ਦੇਖੋ ਕਹਿੰਦੇ ਸੀ ਇਲੈਕਸ਼ਨ ਨਹੀਂ ਲੜਨੀ, ਮੁੱਕਰ ਗਏ। ਅਸੀਂ ਤਾਂ ਕਹਿੰਦੇ ਸੀ। ਇਹ ਸਿਆਸਤਦਾਨਾਂ ਦੇ ਚੱਕੇ ਚਕਾਏ ਆਏ ਆ, ਇਹਨਾਂ ਨੇ ਆਪਣਾ ਅਸਲੀ ਚਿਹਰਾ ਦਿਖਾਤਾ। ਪਹਿਲੀ ਗੱਲ ਇਹ। ਦੂਸਰਾ, ਜ਼ਰੂਰੀ ਨਹੀਂ ਹੈ ਕਿ ਕਿਸਾਨ ਇਲੈਕਸ਼ਨ ਲੜਨ ਤੇ ਜਿੱਤਣ, ਜ਼ਰੂਰੀ ਨਹੀਂ ਕਿ ਹਰਨ, ਜਿੱਤ ਵੀ ਸਕਦੇ ਆ, ਕਿਉਂਕਿ ਪੰਜਾਬ ਦੇ ਲੋਕ ਤਾਂ ਤਬਦੀਲੀ ਨਾਲ ਤੇ ਜੇਲ੍ਹਾਂ ਦੇ ਵਿੱਚ ਬੈਠੇ ਬੰਦੇ ਵੀ 99 ਜਿਤਾਏ ਸੀ। ਇਹਨਾਂ ਨੇ ਤਾਂ 23% ਵੋਟਾਂ ਆਮ ਆਦਮੀ ਪਾਰਟੀ ਨੂੰ ਪਾਤੀਆਂ, 23 ਬਥੇਰੀਆਂ ਹੁੰਦੀਆਂ। ਤੇ ਕਿਸਾਨ ਦਾ ਵੈਸੇ ਵੀ ਪਿਛਲੇ 1 ਸਾਲ ਤੋਂ ਸਕੂਲਿੰਗ ਕਰ ਚੁੱਕੇ ਆ ਲੋਕਾਂ ਦੀ। ਪਰ ਦਿੱਕਤ ਕਿੱਥੇ ਆਉਣੀ ਹੈ? ਜੇ ਪੰਜਾਬ ਨੂੰ ਹੇਠਾਂ ਜਾਂਦੇ ਆ ਸੰਧਾਲੀਆ ਸਾਹਿਬ 40 ਸਾਲ ਹੋ ਗਏ ਆ, ਤਾਂ ਇਹਦਾ ਮਤਲਬ ਪਤਾ ਕੀ ਹੈ? ਇਹਨੂੰ ਉੱਪਰ ਚੁੱਕਣ ਨੂੰ ਵੀ ਸਮਾਂ ਚਾਹੀਦਾ। ਜਿਹੜਾ ਵੀ ਬੰਦਾ ਕੋਈ ਚਾਹੁੰਦਾ ਹੈ ਕਿ ਪੰਜਾਬ ਦੇ ਕਿਸਾਨ ਇਲੈਕਸ਼ਨ ਲੜਨ, ਇਹ ਅੱਗੇ ਆਉਣ, ਉਹਨਾਂ ਦੀ ਮਨਸ਼ਾ ਗਲਤ ਨਹੀਂ ਹੈ, ਪਰ ਸਾਨੂੰ ਗਰਾਊਂਡ ਰਿਐਲਿਟੀ ਦੇਖਣੀ ਪਊਗੀ ਤਾਂ ਜੋ ਪੰਜਾਬ ਦੇ ਲੋਕਾਂ ਦੇ ਦਿਲ ਤੇ ਕਰੀ ਝਰੀਟ ਫਿਰ ਨਾ ਲੱਗੇ। ਜੇ ਮੰਨ ਲਓ ਕਿ ਕਿਸਾਨਾਂ ਦੀ ਸਰਕਾਰ ਬਣ ਗਈ, ਪਹਿਲੀ ਗੱਲ ਕਿ ਇਲੈਕਸ਼ਨ 'ਚ ਬਹੁਤ ਕੁਝ ਹੋਣਾ, ਇਹਨਾਂ ਦੀ ਵਿਚਾਰਧਾਰਾ ਇੱਕ ਨਹੀਂ ਹੈਗੀ, ਕਿਹਨੂੰ ਟਿਕਟ ਦੇਣੀ, ਕਿਹਨੂੰ ਨਹੀਂ ਦੇਣੀ, ਕਿੱਦਾਂ ਲੜਨੀ ਇਲੈਕਸ਼ਨ, ਪੈਸੇ ਕਿੱਥੋਂ ਲਿਆਉਣੇ, ਪੋਸਟਰ ਕਿੱਥੋਂ ਲਾਉਣੇ। ਮੰਨ ਲਓ ਲੋਕ ਕਹਿੰਦੇ ਕਿ ਅਸੀਂ ਆਪ ਹੀ ਪ੍ਰਚਾਰ ਕਰਾਂਗੇ, ਕਿ ਜੇ ਤੁਹਾਡੇ ਇੱਕ ਹਾਕ ਦੇ ਉੱਤੇ ਅਸੀਂ ਸੜਕ ਦੇ ਕਿਨਾਰੇ ਤੇ ਖੜ ਜਾਂਦੇ, ਠੀਕ ਹੈ, ਪਰ ਜਿਹੜੀ ਕੇਂਦਰ ਸਰਕਾਰ ਤੋਂ ਬਿਨਾਂ ਸੂਬਿਆਂ ਦਾ ਕੰਮ ਨਹੀਂ ਚੱਲਦਾ, ਉਸ ਕੇਂਦਰ ਦੇ ਸਰਕਾਰ ਖਿਲਾਫ ਤਾਂ ਸੰਘਰਸ਼ ਲੜਦੇ ਆ। ਕੀ ਉਹ ਕੇਂਦਰ ਦੀ ਸਰਕਾਰ ਜੇ ਭਲਕ ਨੂੰ ਕਿਸਾਨ ਸਰਕਾਰ ਬਣਾ ਲੈਂਦੇ ਆ, ਸਹਿਯੋਗ ਦਊ? ਦੂਸਰਾ, ਬਹੁਤ ਵੱਡਾ ਇੱਕ ਰੌਲਾ ਹੋਣਾ, ਅਫਸਰਸ਼ਾਹੀ ਇੱਕ ਬਹੁਤ ਵੱਡੀ ਚੀਜ਼ ਹੈ। ਅਫਸਰਸ਼ਾਹੀ ਤਾਂ ਮੌਜੂਦਾ ਬੰਦੇ ਜਿਹੜੇ ਰਵਾਇਤੀ ਉਹਨਾਂ ਨੂੰ ਨਹੀਂ ਚੱਲਣ ਦਿੰਦੀ, ਚੰਗੇ ਬੰਦੇ ਵੀ ਹੋਣਗੇ। ਕੀ ਕਿਸਾਨ ਜਥੇਬੰਦੀਆਂ, ਹਾਲਾਂਕਿ ਇਹਨਾਂ ਦੇ ਕੋਲੇ ਬਹੁਤ ਤਜਰਬਾ ਲੋਕਾਂ ਦੇ ਵਿੱਚ ਰਹਿਣ ਦਾ, ਲੋਕਾਂ ਨੂੰ ਆਪਣੇ ਨਾਲ ਤੋਰਨ ਦਾ, ਲੋਕਾਂ ਦੇ ਨਾਲ ਅੱਗੇ ਜਾ ਕੇ ਖੜਨ ਦਾ, ਅੰਗਰੇਜ਼ੀ ਦੇ ਵਿੱਚ ਜਿਹੜੇ ਕਾਨੂੰਨ ਪਾਸ ਹੋਏ ਸੀ ਉਹਨਾਂ ਦੀ ਕੱਲੀ ਕੱਲੀ ਕਲੌਜ਼ ਦੇ ਉੱਤੇ, ਮੱਦ ਦੇ ਉੱਤੇ ਬਹਿਸ ਕਰਕੇ
ਘੋਗਾ ਚਿੱਤ ਕਰਨ ਦਾ ਬਹੁਤ ਤਜਰਬਾ ਲੋਕਾਂ 'ਚ ਰਹੇ ਨੇ, ਤਜਰਬਾ ਪੂਰਾ ਹੈ। ਪਰ ਸੰਧਾਲੀਆ ਸਾਹਿਬ ਅਫਸਰਸ਼ਾਹੀ ਹੈ। 1 ਸਾਲ 2 ਸਾਲ ਜਾਂ 5 ਸਾਲ ਦੇ ਵਿੱਚ ਨਾ ਤਾਂ ਕੋਲਡ ਸਟੋਰ ਬਣ ਜਾਣੇ ਆ, ਨਾ ਪੰਜਾਬ ਦੇ ਸਾਰੇ ਸਕੂਲਾਂ 'ਚ ਅਧਿਆਪਕ ਆ ਜਾਣੇ ਆ, ਨਾ ਹਸਪਤਾਲਾਂ 'ਚ ਡਾਕਟਰ ਆ ਜਾਣੇ ਆ। ਜੇ ਆ ਵੀ ਜਾਣਗੇ ਤਾਂ ਤਨਖਾਹਾਂ ਦੇਣੀਆਂ, ਤਨਖਾਹਾਂ ਦੇਣ ਦੇ ਲਈ ਰੁਪਈਏ ਚਾਹੀਦੇ ਆ। ਕੇਂਦਰ ਨੇ ਜੇ ਹੱਥ ਘੁੱਟ ਕੇ ਰੱਖਿਆ, ਬਾਕੀਆਂ ਨੇ ਢੁੱਚਰਾਂ ਡਾਈ ਰੱਖੀਆਂ, ਜਾਣੀ ਕਿ ਸੁਖਾਲਾ ਲੱਗਦਾ ਹੈ। ਪਰ ਕਿਸਾਨ ਜਥੇਬੰਦੀਆਂ ਇਸ ਕਰਕੇ ਮੁੱਠੀ ਬੰਦ ਕਰਕੇ ਬੈਠੀਆਂ ਕਿ ਅੱਜ ਲੋਕਾਂ ਦਾ ਯਕੀਨ ਜਿੱਤਿਆ। ਅੱਜ ਇੱਕ ਪ੍ਰੈਸ਼ਰ ਗਰੁੱਪ ਦੇ ਰੂਪ ਦੇ ਵਿੱਚ ਆਪਾਂ ਮਕਬੂਲ ਹੋਏ ਆ। ਲੱਗਦਾ ਹੈ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਐਡਰੈਸ ਕਰਨ ਜੋਗੇ ਹੋਏ ਆ। ਭਲਕ ਨੂੰ ਇਹ ਨਾ ਹੋਵੇ ਸਿਆਸੀ ਪਾਰਟੀ ਬਣਾ ਲਈਏ, 2 ਜਥੇਬੰਦੀਆਂ ਕਿਸੇ ਗੱਲੋਂ ਗੁੱਸੇ ਹੋ ਜਾਣ ਤਾਂ ਲੋਕਾਂ ਨੂੰ, ਪੰਜਾਬ ਦਿਆਂ ਨੂੰ ਇੱਕ ਵਾਰੀ ਇਹ ਨਾ ਸਹਿਣਾ ਕਰਨਾ ਪਵੇ ਯਾਰ ਇਹਨਾਂ ਤੇ ਯਕੀਨ ਕੀਤਾ ਸੀ ਇਹ ਵੀ ਟੁੱਟੇ ਫਿਰਦੇ ਆ। ਬਿਲਕੁਲ ਉਹੀ ਚੀਜ਼ ਜਿਹੜੀ ਕਿ ਆਮ ਆਦਮੀ ਪਾਰਟੀ ਨਾਲ ਹੋਈ ਸੀ। ਹੁਣ ਜਿੱਦਾਂ ਆਮ ਆਦਮੀ ਪਾਰਟੀ ਆ, ਉਹਦੀ ਸ਼ੁਰੂਆਤ ਵੀ ਤੇ ਅੰਨਾ ਹਜ਼ਾਰੇ ਵਾਲੇ ਅੰਦੋਲਨ ਚੋਂ ਹੀ ਹੋਈ। ਉਦੋਂ ਵੀ ਦੇ ਲੀਡਰ ਇਹੋ ਹੀ ਕਹਿੰਦੇ ਐਸੇ ਥੋੜੀ ਹੋਤਾ ਹੈ, ਆਪਕੋ ਕਿਆ ਪਤਾ ਕੈਸੇ ਚਲਤੀ ਹੈ ਸਿਆਸਤ, ਬਾਹਲੀ ਤੰਗੀ ਹੈ ਤਾਂ ਫਿਰ ਇਲੈਕਸ਼ਨ ਲੜ ਕੇ ਦੇਖ ਲਓ। ਅਗਲੇ ਕਹਿੰਦੇ ਲੜ ਲੈਂਦੇ ਹੈ ਨਾ। ਚਲੋ ਦਿੱਲੀ ਵਾਲਿਆਂ ਨੇ ਵੋਟਾਂ ਪਾਤੀਆਂ, ਅਗਲਿਆਂ ਦੀ ਸਰਕਾਰ ਬਣ ਗਈ, ਪਰ ਪਹਿਲੀ ਵਾਰ ਕਿਵੇਂ ਬਣੀ ਉਹ ਸਾਰਿਆਂ ਨੂੰ ਪਤਾ। ਪਰ ਇਹ ਵੀ ਇੱਕ ਹੋਰ ਇਹ ਵੀ ਕਹਿੰਦੇ ਸੀ ਬੀਬੀ ਸ਼ੀਲਾ ਦੀਕਸ਼ਿਤ ਥੋੜੀ, ਚਲੋ ਦੁਨੀਆ ਤੇ ਨਹੀਂ, ਜੇ ਐਡੀ ਗੱਲ ਹੈ ਤਾਂ ਮੇਰੇ ਖਿਲਾਫ ਲੜ ਕੇ ਦੇਖ ਲਓ। ਆਹੋ ਉਹ ਵਿਚਾਰੀ ਹਾਰ ਗਈ, ਇਹਨੇ ਮਾਤਾ ਕਹਿ ਕੇ ਮੈਨੂੰ ਲੱਗਦਾ ਉਹ ਵਿਗੋਚਾ ਹੀ ਖਾ ਗਿਆ ਉਹਨੂੰ ਇਹ ਚੀਜ਼ ਦਾ ਵੀ ਹਾਏ ਮੇਰੀ ਕੁਰਸੀ ਛੇਤੀ ਤੁਰ ਗਈ ਜਾਨੋ। ਪਰ ਇੱਕ ਚੀਜ਼ ਹੈ, ਹੁਣ ਦੇਖੋ ਇਸ ਵਕਤ ਆਪਾਂ 3ਜੀ ਵਾਰ ਮੁੱਖ ਮੰਤਰੀ ਹੈ ਕੇਜਰੀਵਾਲ ਦਿੱਲੀ ਦਾ, ਪਰ ਕੇਜਰੀਵਾਲ ਸਾਹਿਬ ਦਾ ਐਤਕੀਆਂ ਵਾਲੀ ਆਪਾਂ ਗੱਲ ਦੇਖ ਲਿਆ, ਮੇਰੇ ਖਿਆਲ ਮਹੀਨੇ 2 ਨਹੀਂ ਲੰਘੇ ਅਜੇ ਜਦੋਂ ਦਾ ਉਹ ਅਨਿਲ ਬੈਜਲ ਸਾਹਿਬ ਨੂੰ ਸਾਰੀਆਂ ਚਾਬੀਆਂ ਸੌਂਪਤੀਆਂ ਅਗਲਿਆਂ ਨੇ। ਹੁਣ ਜੇ ਕੇਂਦਰ ਸਰਕਾਰ ਨੂੰ ਪਤਾ ਵੀ ਫਲਾਨੀ ਸਰਕਾਰ ਨਹੀਂ ਚੱਲਣ ਦੇਣੀ, ਅਗਲਿਆਂ ਕੋਲ ਹਿਸਾਬ ਹੈ। ਮਮਤਾ ਬੈਨਰਜੀ ਤਗੜੀ ਹੋ ਗਈ, ਉਹਨਾਂ ਕੋਲੋਂ ਬਚੀ ਆ, ਨਹੀਂ ਤੇ ਜਿਸ ਹਿਸਾਬ ਨਾਲ ਉਹ ਨਤੀਜਾ ਆਉਣ ਤੋਂ ਬਾਅਦ ਸ਼ੁਰੂ ਹੋ ਗਏ ਸੀ ਆਹ ਕੀ ਕਰਤਾ ਉਹ ਕੀ ਕਰਤਾ, ਰੋਜ਼ ਹੀ ਧਨਖੜ ਸਾਹਿਬ ਉਧਰ ਟੈਕਸੀ ਲੈ ਕੇ ਚਲੇ ਜਾਂਦੇ, ਆਮ ਰਾਜਪਾਲ ਸਾਹਿਬ ਦੇਖेंगे ਸਾਰਾ ਕੁਝ ਪੱਛਮੀ ਬੰਗਾਲ में। ਹੁਣ ਉਹ ਤਾਂ ਹੋ ਗਏ ਸਿਆਸਤਦਾਨ, ਸਿਆਸਤਦਾਨਾਂ ਦੇ ਸਾਹਮਣੇ ਸਿਆਸਤਦਾਨਾਂ ਨੂੰ ਕਿੱਦਾਂ ਉਹ ਠਿੱਬੀਆਂ ਲਾਉਂਦੇ ਨੇ ਆਪਾਂ ਆਲਰੇਡੀ ਦੇਖ ਚੁੱਕੇ ਹਾਂ। ਤੇ ਪੰਜਾਬ ਜਿਹੜਾ ਅੱਗੇ 3 ਲੱਖ ਕਰੋੜ ਦੇ ਕਰਜ਼ੇ 'ਚ ਡੁੱਬਾ, ਜਿੱਥੋਂ ਮਾੜੀ ਮੋਟਾ ਆਮਦਨ ਇਨਕਮ ਆਉਣੀ ਉਹ ਆਲਰੇਡੀ ਲੀਡਰਾਂ ਨੇ ਸਾਰਾ ਕੁਝ ਸਾਂਭਿਆ। ਤੇ ਜਿਨ੍ਹਾਂ ਨੂੰ ਇਹਨਾਂ ਨੂੰ ਲਾਂਭੇ ਕਰਨਾ ਸੁੱਖ ਤੇ ਇਹਨਾਂ ਨੂੰ ਵੀ ਨਹੀਂ ਮੰਗਣੀ ਕਿ ਕਿਸਾਨਾਂ ਦੀ ਸਰਕਾਰ ਚੱਲੇ। ਤੇ ਜਿਨ੍ਹਾਂ ਨਾਲ ਗੱਲ ਤੁਸੀਂ ਸਹੀ ਕੀਤੀ ਵੀ ਉੱਤੇ ਕੇਂਦਰ ਸਰਕਾਰ ਨਾਲ ਪੇਚਾ ਪਿਆ, ਕੱਲ ਨੂੰ ਇਹ ਸਰਕਾਰ ਬਣਾ ਕੇ ਮੰਨ ਲਓ ਰਾਜੇਵਾਲ ਸਾਹਿਬ ਵੀ ਚਲੇ ਜਾਣਾ ਵੀ ਆ ਜੀ ਆਪਾਂ ਕੰਮ ਕਰਨਾ, ਮੋਦੀ ਸਾਹਿਬ ਟਾਈਮ ਦੇ ਦੇਣਗੇ। ਇਹ ਬਹੁਤ 24 ਤੱਕ ਤਾਂ ਉਹਨਾਂ ਦੀ ਸਰਕਾਰ ਹੀ ਹੈ। ਸੰਧਾਲੀਆ ਸਾਹਿਬ ਮੈਂ ਇੱਥੇ ਖੋਰ ਕਰਦਾ ਕਿ ਹਰ ਬੰਦਾ ਗਮਾੜਾ ਨਹੀਂ ਸੋਚਦਾ, ਉਹ ਚੰਗਾ ਸੋਚਦੇ ਆ ਯਾਰ ਚੰਗੇ ਬੰਦੇ ਆਉਣ। ਇੱਥੇ ਇੱਕ ਗੱਲ ਅਸੀਂ ਚੇਤਾ ਰੱਖੀਏ ਕਿ ਕਿਸਾਨ ਅੰਦੋਲਨ ਦੇ ਵਿੱਚੋਂ ਨਿਕਲਿਆ ਕੀ ਹੈ। ਕਿਸਾਨ ਅੰਦੋਲਨ ਦੇ ਵਿੱਚੋਂ ਲੋਕ ਜਾਗੇ ਨੇ, ਲੋਕ ਸੋਚਣ ਲੱਗੇ। ਉਹ 32 ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਪੰਜਾਬ ਨਹੀਂ ਚਲਾਉਣਾ, ਪੰਜਾਬ ਚਲਾਉਣਾ ਪੰਜਾਬ ਦੇ ਲੋਕਾਂ ਨੇ। ਹੁਣ ਪੰਜਾਬ ਦੇ ਲੋਕ ਪਹਿਲੀ ਵਾਰ ਮੈਂ ਦੇਖਿਆ ਕਿ ਅੱਗੇ ਲੋਕਾਂ ਨੂੰ ਐ ਲੱਗਦਾ ਸੀ ਕਿ ਪੈਟਰੋਲ ਜਿੱਦਾਂ ਸਾਡੇ ਸਕੂਟਰ 'ਚ ਪੈਂਦਾ ਇਦਾਂ ਹੀ ਆਉਂਦਾ ਤੇ ਇਦਾਂ ਹੀ ਸਰਕਾਰ ਸਾਨੂੰ ਵੇਚਦੀ ਆ ਸਸਤਾ ਕਰ ਦੇਵੇ। ਪਹਿਲੀ ਵਾਰ ਪੰਜਾਬ ਦੇ ਆਮ ਲੋਕ ਗੱਲ ਕਰਨ ਲੱਗੇ, ਲੈ ਜਦੋਂ ਖਾੜੀ ਯੁੱਧ ਲੱਗਾ ਸੀ ਉਦੋਂ ਤਾਂ $125 ਨੂੰ ਸੀਗਾ ਤੇ ਉਦੋਂ ਕੀਮਤ 55 ਰੁਪਏ ਲੀਟਰ ਇੱਥੇ ਲੋਕਾਂ ਦੇ ਸਕੂਟਰ 'ਚ ਪੈਂਦਾ ਸੀ, ਤਾਂ ਅੰਤਰਰਾਸ਼ਟਰੀ ਬਾਜ਼ਾਰ 'ਚੋਂ $55 ਨੂੰ ਆਉਂਦਾ ਸੀ। ਹੁਣ ਉਹ ਕਹਿੰਦੇ ਕਿ ਆ ਦੇਖੋ $125 ਤੋਂ ਹੋ ਗਿਆ $70 ਨੂੰ ਤੇ ਇਹਨਾਂ ਨੇ ਕੀਮਤ ਵਧਾ ਕੇ 100 ਕਰਤੀ। ਲੋਕ ਕੰਪੈਰੀਜ਼ਨ ਕਰਨ ਲੱਗ ਪਏ ਕਿ ਚੀਜ਼ ਵਿਦੇਸ਼ ਦੇ ਵਿੱਚੋਂ ਤਾਂ ਤੁਹਾਨੂੰ ਪਹਿਲਾਂ ਨਾਲੋਂ ਸਸਤੀ ਮਿਲਦੀ ਹੈ, ਤੁਸੀਂ ਸਾਨੂੰ ਦਿਨੇ ਦੁੱਗਣੇ ਭਾਅ ਆ। ਜਾਣੀ ਜਦੋਂ ਲੋਕ ਕੰਪੈਰੀਜ਼ਨ ਕਰਦੇ, ਹੁਣ ਲੋਕਾਂ ਨੂੰ ਪਤਾ ਲੱਗਣ ਲੱਗ ਪਿਆ ਕਿ ਭਾਈ ਜਦੋਂ ਤਾਂ ਗੈਸ ਸਿਲੰਡਰ ਜਿਹੜਾ ਉਹ ਥੋੜੇ ਪੈਸਿਆਂ ਦਾ ਮਿਲਦਾ ਸੀ, ਸਰਕਾਰ ਸਿੱਧੀ ਸਬਸਿਡੀ ਵਾਲਾ ਕੰਮ ਨਿਬੇੜਦੀ ਸੀ, ਉਦੋਂ ਤਾਂ 250 ਦਾ ਸੀ, 300 ਦਾ ਸੀ। ਸ਼ੁਰੂ ਦੇ ਵਿੱਚ ਸਾਨੂੰ 400 ਰੁਪਏ ਵੀ ਸਬਸਿਡੀ ਆਈ, ਹੁਣ 25 ਰੁਪਏ ਆਉਂਦੀ ਹੈ। ਲੋਕ ਕੰਪੈਰੀਜ਼ਨ ਕਰਨ ਲੱਗ ਪਏ, ਲੋਕਾਂ ਨੂੰ ਮਹਿਸੂਸ ਹੋਣ ਲੱਗ ਪਿਆ ਯਾਰ ਕੇਰਲਾ ਵਾਲੇ ਕਿੱਦਾਂ ਪੜ੍ਹੀ ਜਾਂਦੇ ਆ, ਯੂਪੀ ਦੇ ਵਿੱਚ ਆਹ ਕਿੱਦਾਂ ਹੋਈ ਜਾਂਦਾ। ਲੋਕਾਂ ਨੂੰ ਪਤਾ ਲੱਗਣ ਲੱਗ ਪਿਆ, ਲੋਕ ਸਮਝਣ ਲੱਗ ਪਏ। ਲੋਕਾਂ ਨੇ ਮਾੜਾ ਮੋਟਾ ਅਖਬਾਰ ਦੇ ਐਡੀਟੋਰੀਅਲ ਪੇਜ ਦੇ ਉੱਤੇ ਨਜ਼ਰ ਮਾਰਨੀ ਸ਼ੁਰੂ ਕਰਤੀ। ਕਿਸਾਨ ਅੰਦੋਲਨ ਦਾ ਇੱਕੋ ਇੱਕ ਨਤੀਜਾ ਸਿਆਸੀ ਪਾਰਟੀ ਜਾਂ ਸਰਕਾਰ ਹੀ ਨਹੀਂ ਹੋਣੀ, ਹੋ ਜਵੇ ਸਾਨੂੰ ਕੋਈ ਇਤਰਾਜ਼ ਨਹੀਂ, ਪਰ ਕਿਸਾਨ ਅੰਦੋਲਨ ਦਾ ਨਤੀਜਾ ਹੋਣਾ ਕਿ ਲੋਕ ਇਕਜੁੱਟ ਰਹਿਣ ਲੱਗ ਪੈਣਗੇ। ਲੋਕ ਹਰ ਇੱਕ ਚੀਜ਼ ਨੂੰ ਪੜ੍ਹਿਆ ਲਿਖਿਆ ਸੋਚ ਵਿਚਾਰ ਕੇ ਅਗਲੇ ਪਾਸੇ ਨੂੰ ਬੁੱਧੀ ਤੇ ਵਿਵੇਕ ਦੇ ਨਾਲ ਸੋਚਣਗੇ ਤੇ ਸਾਰੇ ਲੀਡਰਾਂ ਨੂੰ ਕਹਿਣਗੇ ਇਕੱਠੇ ਆ ਜਾਓ ਉਮੀਦਵਾਰ ਸਾਹਿਬ, ਚਾਰੇ ਹੀ ਬਹਿ ਜਾਓ, ਬਹਿ ਕੇ ਆਪਣੀ ਗੱਲ ਕਰੋ, ਸਾਡੇ ਪੰਜਾਬ ਦੇ ਮੁੱਦੇ ਆ ਨੇ। ਉਹ ਜ਼ਿਆਦਾ ਵਧੀਆ। ਮਤਲਬ ਫਿਲਹਾਲ ਦੇਖੋ ਪਰੇਸ਼ਾਨੀ ਤੇ ਇਸੇ ਚੀਜ਼ ਦੀ ਹੈ ਨਾ ਵੀ ਲੀਡਰ ਜਿਹੜੇ ਨੇ ਉਹ ਇੱਕ ਵਾਰ ਵੋਟਾਂ ਲੈਣ ਆਉਂਦੇ ਤੇ ਉਦੋਂ ਬਾਅਦ 5 ਸਾਲ ਲੱਭਦੇ ਨਹੀਂ ਜੀ। ਤੇ ਜੇ ਮੰਨ ਲਓ ਇਸ ਵਕਤ ਇੱਕ ਪ੍ਰੈਸ਼ਰ ਗਰੁੱਪ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਜਿਹੜਾ ਕਿ ਲੋਕਾਂ 'ਚ ਅਵੇਅਰਨੈਸ ਫੈਲਾ ਰਿਹਾ ਕਿ ਲੋਕਾਂ ਦੇ ਵਿੱਚ ਇੰਨੀ ਕੁ ਜ਼ਰੂਰਤ ਹੋ ਗਈ ਵੀ ਪਹਿਲਾਂ ਜਿਹੜਾ ਇਹ ਹੁੰਦਾ ਸੀ ਵੀ ਉਧਰੋਂ ਸਪੀਕਰ ਤੇ ਬੋਲਿਆ ਜਾਣਾ ਤੇ ਘਰੋਂ ਲੀੜੇ ਪਾ ਕੇ ਵਧੋ ਵਧੀ ਜਾਣਾ ਪੈਣਾ, ਯਾਰ ਹੁਣ ਕੀ ਕਰੀਏ, ਉਹਦੇ ਤੱਕ ਕੰਮ ਰਹਿੰਦਾ, ਫਿਰ ਮੈਨੂੰ ਉੱਥੇ ਹੁਣ ਬਹਿਣਾ ਹੀ ਪੈਣਾ, ਜਾ ਕੇ ਸੁਣਨੀਆਂ ਹੀ ਪੈਣੀਆਂ। ਉਹਦੇ ਬਜਾਏ ਹੁਣ ਲੋਕ ਸਗੋਂ ਆਪ ਤਿਆਰ ਹੋ ਕੇ ਗੱਲ ਕਰਦੇ, ਨਾਲੇ ਫੋਨ ਕਰਕੇ ਅਗਲੇ ਨੂੰ ਪੁੱਛਿਆ ਵੀ ਜਾਣਾ ਫਿਰ ਉੱਥੇ ਸਕੂਲੇ ਆ ਜਾਓ ਫਿਰ ਨਹੀਂ ਉਹ ਕਰ ਲਿਆ, ਰੁਕਾ ਤਿਆਰ ਆ, ਬਸ ਉੱਤੇ ਸਵਾਲ ਲਿਖੇ ਆ, ਬਸ ਤਗੜੇ ਹੋ ਜਾਓ ਫਿਰ, ਹੁਣ ਫਲਾਨਾ ਸੋ ਨਾ ਰਹਿ ਜੀ। ਹੁਣ ਇਹ ਜਿਹੜੀ ਅਵੇਅਰਨੈਸ ਇਹਦੀ ਅਜੇ ਸ਼ੁਰੂਆਤ ਆ ਜੀ। ਹੁਣ ਦੇਖੋ ਇਹਦੀ ਅਜੇ ਸ਼ੁਰੂਆਤ ਹੈ, ਇਹ ਤਾਂ ਆਪਾਂ ਕਹਿ ਨਹੀਂ ਸਕਦੇ ਵੀ ਦੇਖੋ ਆਮ ਲੋਕਾਂ ਦੀ ਗੱਲ ਆਉਂਦੀ ਆ ਉਹ ਸਾਹਮਣੇ ਆ ਜਾਂਦੀ।
ਲੀਡਰ ਕਿਤੇ ਢਿੱਡ ਦੀ ਗੱਲ ਥੋੜ੍ਹਾ ਦੱਸਦੇ ਆ। ਹੁਣ ਜੇ ਮੈਂ ਲੀਡਰਾਂ ਵਾਲੇ ਪੁਆਇੰਟ ਆਫ ਵਿਊ ਤੋਂ ਸੋਚਾਂ ਤਾਂ ਤੰਗ ਅਸੀਂ ਬਹੁਤ ਹੈ, ਤਾਂ ਮੈਂ ਦੱਸਾਂ ਜਿਸ ਹਿਸਾਬ ਨਾਲ ਸਵਾਲਾਂ ਵਾਲਾ ਕੰਮ ਸ਼ੁਰੂ ਕੀਤਾ। ਹੁਣ ਉਹਨਾਂ ਨੇ ਵੀ ਕੋਈ ਨਾ ਕੋਈ ਹੱਲ ਲੱਭਣਾ ਵੀ ਯਾਰ ਅੱਜ ਨਹੀਂ ਕੱਲ੍ਹ ਨਹੀਂ ਪਰਸੋਂ ਲੋਕਾਂ ਨੂੰ ਗੂੰਗੇ ਬੋਲੇ ਕਿੱਦਾਂ ਕਰੀ ਜਿੱਦਾਂ ਦੇ ਪਹਿਲਾਂ ਸੀਗੇ। ਉਹ ਅਜੇ ਮੇਰੇ ਖਿਆਲ ਨਾਲ ਅਜੇ ਇਨ ਪ੍ਰੋਸੈਸ ਆ ਕੰਮ, ਤੇ ਜੇ ਹੁਣ ਹੀ ਕੋਈ ਇਹੋ ਜਿਹਾ ਸਟੈਪ ਹੋ ਗਿਆ ਜਿਹਦੇ ਤੋਂ ਇਹ ਕੰਮ ਬਣਿਆ ਲੀਏ ਪਿਆ ਕਿਸੇ ਕਾਰਨ ਕਰਕੇ ਵੀ ਥੜਕ ਗਿਆ, ਤੇ ਦੁਬਾਰਾ ਜਿਹੜੀ ਹੁਣ ਇਹ ਆਸ ਜਾਗੀ ਹੈ ਨਾ, ਜਦੋਂ ਮੇਰੇ ਖਿਆਲ ਨਾਲ ਦੁਬਾਰਾ ਕਿਤੇ ਦਿਲ ਟੁੱਟ ਗਏ ਪੰਜਾਬੀਆਂ ਦੇ, ਜਿੱਦਾਂ 17 'ਚ ਵੀ ਟੁੱਟੇ ਸੀ, ਇੱਕ ਭਾਵੇਂ ਪੋਲੀਟੀਕਲ ਪਾਰਟੀ ਦਾ ਕਰਕੇ ਟੁੱਟ ਗਏ ਸਹੀ, ਉਹ ਦੁਬਾਰਾ ਜੁੜਨੇ ਨਹੀਂ। ਸੰਧਾਲੀਆ ਸਾਹਿਬ ਕੰਮ ਜਿੰਨਾ ਸਿੱਧਾ ਤੇ ਸੌਖਾ ਲੱਗਦਾ ਉਹਨਾਂ ਹੈ ਨਹੀਂ। ਮੰਨ ਲਓ ਅੱਜ ਉਹ ਲੋਕ ਜਿਹੜੇ ਚਾਹੁੰਦੇ ਆ, ਫਿਰ ਮੈਂ ਕਹਿ ਦਿਆਂ ਉਹ ਗਲਤ ਨਹੀਂ ਚਾਹੁੰਦੇ, ਜੇ ਉਹ ਚਾਹੁੰਦੇ ਆ ਕਿ ਕਿਸਾਨ ਸਿਆਸੀ ਤੌਰ ਤੇ ਸਰਗਰਮ ਹੋਣ, ਠੀਕ ਹੈ, ਜੇ ਐਲਾਨ ਕਰ ਦਿੱਤਾ, ਮੈਂ ਕਹਿੰਦਾ ਕਿ ਰਵਾਇਤੀ ਪਾਰਟੀਆਂ ਵਾਲੇ ਐਨ ਤੱਤੇ ਹੋ ਕੇ ਬੈਠੇ, ਕਿਉਂਕਿ ਇਹ ਕਿਸਾਨ ਜਥੇਬੰਦੀਆਂ ਵਾਲਿਆਂ ਨੇ ਬਹੁਤ ਸਾਰੇ ਸਿਆਸੀ ਪਾਰਟੀਆਂ ਨਾਲ ਸਟੇਜਾਂ ਸਾਂਝੀਆਂ ਕੀਤੀਆਂ, ਸੈਮੀਨਾਰਾਂ 'ਚ ਉਹਨਾਂ ਨੂੰ ਸੱਦ, ਜਦੋਂ ਰਾਜੇਵਾਲ ਸਾਹਿਬ ਕਹਿੰਦੇ ਮੈਂ ਕੁੰਡੀ ਲਾ ਲਈ ਸੀ ਅੰਦਰ ਵੜ ਕੇ, ਉਹ ਸੈਮੀਨਾਰ ਤੇ ਸੱਦਦੇ ਰਹੇ ਆ। ਕਈ ਕਿਸਾਨ ਜਥੇਬੰਦੀਆਂ ਵੱਖੋ-ਵੱਖ ਸਮਿਆਂ ਦੇ ਉੱਤੇ ਜਿਹੜੀ ਸੱਤਾਧਾਰੀ ਧਿਰ ਹੁੰਦੀ ਉਹਦੇ ਵਿਰੋਧ ਦੇ ਵਿੱਚ ਦੂਜੀਆਂ ਪਾਰਟੀਆਂ ਨੂੰ ਸਮਰਥਨ ਦਿੰਦੀਆਂ ਰਹੀਆਂ, ਕਈ ਕਿਸਾਨ ਜਥੇਬੰਦੀਆਂ। ਜਿੱਦਣ ਐਲਾਨ ਕਰਤਾ ਨਾ ਕਿ ਭਾਈ ਇਲੈਕਸ਼ਨ ਲੜਨੀ ਹੈ, ਤੁਸੀਂ ਦੇਖਿਓ, ਆਹ ਦੇਖੋ 2015 ਦੀ ਫੋਟੋ, ਆ ਜਿਹੜੇ ਕਿਸਾਨ ਲੀਡਰ ਤੁਹਾਨੂੰ ਕਹਿੰਦੇ ਨੇ ਕਿ ਅਸੀਂ ਹੁਣ ਸਿਆਸਤ 'ਚ ਆਏ ਆ, ਫਲਾਨੀ ਪਾਰਟੀ ਦੇ ਲੀਡਰ ਦੇ ਨਾਲ ਸਟੇਜ ਸਾਂਝੀ ਕੀਤੀ, ਆਹ ਦੇਖੋ ਉਹਨਾਂ ਦੇ ਘਰ ਦੇ ਵਿੱਚ ਰੋਟੀ ਖਾਂਦੇ ਹੋਏ, ਆਹ ਦੇਖੋ ਉਹਨਾਂ ਦੇ ਨਾਲ ਦਰੀ ਤੇ ਬੈਠੇ। ਇਹਨਾਂ ਦੀ ਤਾਂ ਪਹਿਲਾਂ ਦੀ ਗੰਢ ਸੰਢ ਸੀ, ਇਹ ਲੋਕੋ ਜਿੱਤਣ ਨਹੀਂ ਆਏ, ਪੰਜਾਬ ਸੁਧਾਰਨ ਨਹੀਂ ਆਏ, ਇਹ ਤਾਂ ਫਲਾਨੀ ਪਾਰਟੀ ਨਾਲ ਰਲ ਕੇ ਸਾਨੂੰ ਹਰਾਉਣ ਆਏ ਆ, ਇਹਨਾਂ ਦੀ ਅਸਲੀਅਤ ਦੇਖ ਲਓ। ਇਦਾਂ ਦਾ ਕੂੜ ਪ੍ਰਚਾਰ ਨਾਲ ਹੀ ਸ਼ੁਰੂ ਹੋ ਜਾਣਾ। ਐਡਾ ਗਤੀਲਾ ਹੁੰਦਾ ਨਾ, ਆਹ ਤੇ ਕਿਸੇ ਵੇਲੇ ਬੰਦਾ ਰੂੜੀ ਤੋਂ ਟਾਕੀ ਚੁੱਕ ਲੈਂਦਾ ਕਰਕੇ ਐਦਾਂ ਵਿਖਾਉਣੀਆਂ ਲੀਡਰਾਂ ਨੇ ਵੀ ਆਹ ਦੇਖੋ ਜੀ ਆਹ ਸੀਗੀ ਇੱਕ ਟਾਕੀ, ਮਤਲਬ ਉਸ ਹਿਸਾਬ ਦੀਆਂ ਲੀਰਾਂ ਜਿਹੜੀਆਂ ਉਹ ਖਿੱਦਰ ਚੋਂ ਨਿਕਲ ਸਕਦੀਆਂ, ਇਹ ਗੱਲ ਤੇ ਆ ਪੱਕੀ। ਪਰ ਬਾਕੀ ਚਲੋ ਦੇਖੋ ਕਾਰਨ ਹੈ ਵੀ ਨਾ ਬਾੜ ਸਾਹਿਬ ਤੁਸੀਂ ਕੋਈ ਫੈਸਲਾ ਲੈ ਸਕਦੇ, ਨਾ ਮੈਂ ਲੈ ਸਕਦਾ, ਨਾ ਪਰਿਵਾਰ ਦੇ ਮੈਂਬਰ ਕਰ ਸਕਦੇ। ਇਹ ਫੈਸਲਾ ਡਿਸੀਜਨ ਤੇ ਉਹਨਾਂ ਸਿਆਣੇ ਬੰਦਿਆਂ ਨੇ ਕਰਨਾ ਜਿਹਨਾਂ ਨੂੰ 8-9 ਮਹੀਨੇ ਹੋ ਗਏ ਇੱਕ ਸੰਘਰਸ਼ ਲੜਦਿਆਂ। ਅੱਗੇ ਉਹਨਾਂ ਨੇ ਆਪਣੇ ਸੰਘਰਸ਼ ਨੂੰ ਕੀ ਰੂਪ ਰੇਖਾ ਦੇਣੀ ਉਹ ਆਪ ਫੈਸਲਾ ਕਰ ਲੈਣ, ਜਦੋਂ ਉਹ ਲੈ ਲੈਣਗੇ ਫੈਸਲਾ ਆਪਾਂ ਉੱਤੇ ਵੀ ਗੱਲ ਕਰ ਲਾਂਗੇ। ਪਰ ਕੁੱਲ ਮਿਲਾ ਕੇ ਇਹ ਗੱਲ ਤੇ ਜਾਪਦੀ ਆ ਵੀ ਜੇ ਇਸ ਵਕਤ ਇੱਕ ਬੰਦਾ ਕਹਿੰਦਾ ਵੀ ਕਰ ਲਈਏ ਇਹਦਾ ਮਤਲਬ ਲੋੜ ਹੈਗੀ ਆ, ਜੇ ਬਾਕੀ ਬੰਦੇ ਕਹਿੰਦੇ ਆ ਵੀ ਯਾਰ ਰੁਕ ਜੀ ਇਹਦਾ ਮਤਲਬ ਉਹ ਵੀ ਆਪਣੀ ਥਾਂ ਤੇ ਸੱਚੇ ਹੋ ਸਕਦੇ। ਸੰਧਾਲੀਆ ਸਾਹਿਬ ਇਹ ਗੱਲ ਤੁਹਾਡੀ ਠੀਕ ਹੈ, ਇੱਕੋ ਹੀ ਗੱਲ ਜਿਹਦੇ ਉੱਤੇ ਧਿਆਨ ਕੇਂਦਰਿਤ ਰੱਖਿਆ ਜਾਵੇ, ਇਹ ਨਾ ਹੋਵੇ ਕਿ ਸਾਰੇ ਪੱਤਰਕਾਰ, ਸਾਰੇ ਆਮ ਲੋਕ ਜਦੋਂ ਵੀ ਕਿਸੇ ਕਿਸਾਨ ਲੀਡਰ ਨੂੰ ਟੱਕਰਨ ਪਹਿਲਾ ਸਵਾਲ ਇਲੈਕਸ਼ਨ ਲੜੋਗੇ ਕਿ ਨਹੀਂ, ਉਹ ਇਲੈਕਸ਼ਨ ਲੜਨ ਦਿੱਲੀ ਗਏ ਨਹੀਂ। ਪਹਿਲੀ ਗੱਲ ਠੀਕ ਹੈ, ਇਹ ਇੱਕ ਸਵਾਲ ਹੈਗਾ, ਪਰ ਇਹ ਇੱਕੋ ਇੱਕ ਤੇ ਪਹਿਲਾ ਸਵਾਲ ਨਹੀਂ ਹੈਗਾ। ਉਹਨਾਂ ਦਾ ਮੁੱਖ ਮੁੱਦਾ ਕੁਝ ਹੋ ਰਿਹਾ, ਉਹ ਕਿਸੇ ਹੋਰ ਸੰਘਰਸ਼ ਨੂੰ ਲੜ ਰਹੇ ਆ। ਇਹ ਨਾ ਹੋਵੇ ਕਿ ਉਹ ਸੰਘਰਸ਼ ਦੀ ਗੱਲ ਹੀ ਨਾ ਹੋਵੇ, ਇਹ ਨਾ ਹੋਵੇ ਕਾਨੂੰਨ ਪਿੱਛੇ ਪੈ ਜਾਣ, ਇਹ ਨਾ ਹੋਵੇ ਕਿ ਜਿਹੜੇ ਕੰਮ ਦੇ ਕਰਕੇ 7.5 ਮਹੀਨੇ ਹੋ ਗਏ ਤੇ 500 ਤੋਂ ਵੱਧ ਕਿਸਾਨ ਸ਼ਹੀਦੀ ਦੇ ਗਏ, ਉਹ ਗੱਲ ਹੀ ਨਾ ਹੋਵੇ। ਇਲੈਕਸ਼ਨ ਲੜਨੀ ਕਿ ਨਹੀਂ ਲੜਨੀ, ਇਲੈਕਸ਼ਨ ਲੜੋਗੇ ਕਿ ਨਹੀਂ ਲੜੋਗੇ, ਇਹੀ ਇਕੱਲਾ ਸਵਾਲ ਨਹੀਂ। ਇਹ ਵੀ ਹੋ ਸਕਦਾ ਕਿ ਕਿਸੇ ਖਾਸ ਤਾਕਤ ਵੱਲੋਂ ਇਹ ਸਵਾਲ ਪੈਦਾ ਕੀਤਾ ਜਾ ਰਿਹਾ ਹੋਵੇ ਤਾਂ ਜੋ ਧਿਆਨ ਵੰਡਿਆ ਜਾ ਸਕੇ। ਬਿਲਕੁਲ ਸਹੀ, ਇਹ ਵੀ ਹੋ ਸਕਦਾ ਗੱਲ। ਬਾਕੀ ਇਹ ਤਾਂ ਹੁਣ ਤੋਂ ਕੋਈ ਟਾਈਮ ਦੱਸੂਗਾ। ਬਾਕੀ ਇੱਕ ਮੇਰੇ ਦਿਮਾਗ 'ਚ ਵੈਸੇ ਆਈਡੀਆ ਆਉਂਦਾ ਸੀ, ਇਹ ਵੀ ਤਾਂ ਕੀਤਾ ਹੀ ਜਾ ਸਕਦਾ ਨਾ ਕਿ ਵੀ ਬਜਾਏ ਦੇ ਕਿ ਪੂਰੇ ਪੰਜਾਬ ਨੂੰ ਇੱਕ ਦੇਖਣ ਦੇ, ਕੱਲੇ ਹਲਕਾ ਵਾਈਜ਼ ਦੇਖ ਲਿਆ ਜਾਵੇ ਵੀ ਕਿਸੇ ਵੀ ਹਲਕੇ 'ਚੋਂ ਜਿਹੜਾ ਵੀ ਬੰਦਾ ਇਮਾਨਦਾਰ ਹੋਊਗਾ ਅਸੀਂ ਉਹਨੂੰ ਸਪੋਰਟ ਦੇ ਸਕਦੇ ਹਾਂ ਬਾਹਰੋਂ। ਮਤਲਬ ਇਹ ਕਿਹਾ ਜਾ ਸਕਦਾ ਵੀ ਆ ਫਲਾਨਾ ਬੰਦਾ ਸਾਨੂੰ ਇਮਾਨਦਾਰ ਲੱਗਦਾ, ਤੇ ਹੋ ਸਕਦਾ ਪੋਲੀਟੀਕਲ ਪਾਰਟੀਆਂ ਵੀ ਇਦਾਂ ਸੋਚਣ ਲੱਗ ਪੈਣ ਵੀ ਯਾਰ ਦਾਗੀ ਬੰਦੇ ਨੂੰ ਜਾਂ ਲਾਲਚੀ ਬੰਦੇ ਨੂੰ ਆਪਾਂ ਹੁਣ ਅੱਗੇ ਨਾ ਕਰੀਏ, ਆਪਾਂ ਉਹ ਬੰਦੇ ਅੱਗੇ ਲੈ ਆਈਏ ਜਿਹੜੇ ਬੰਦੇ ਨੂੰ ਵਾਕਈ ਲੋਕਾਂ ਦੇ ਵਿੱਚ ਮਾਨਤਾ ਹੈ, ਜਿਹੜਾ ਬੰਦਾ ਇਮਾਨਦਾਰ ਆ, ਜਿਹੜਾ ਕੁਝ ਸੋਚਣਾ ਚਾਹੁੰਦਾ, ਤੇ ਆਪੇ ਹੀ ਸਰਕਾਰ ਬਣ ਜੂਗੀ। ਜਿਸ ਪਾਰਟੀ 'ਚ ਜ਼ਿਆਦਾ ਇਮਾਨਦਾਰ ਹੋਣਗੇ, ਜੇ ਲੋਕ ਇਮਾਨਦਾਰਾਂ ਨੂੰ ਚੁਣ ਲੈਣਗੇ, ਤੇ ਇੱਕ ਇਮਾਨਦਾਰ ਸਰਕਾਰ ਵੀ ਪੰਜਾਬ ਨੂੰ ਮਿਲ ਜੂਗੀ, ਪਾਰਟੀ ਕੋਈ ਹੋਵੇ। ਸੰਧਾਲੀਆ ਸਾਹਿਬ ਇਹ ਤਾਂ ਗੱਲ ਪੱਕੀ ਆ, ਉੱਥੇ ਤੱਕ ਤਾਂ ਸਾਡੀਆਂ ਸਿਆਸੀ ਪਾਰਟੀਆਂ ਪਹੁੰਚ ਗਈਆਂ। ਉਹ ਤਾਂ ਹੁਣ ਆ ਦੇਖੋ ਕੇਂਦਰ ਸਰਕਾਰ ਨੇ ਮੰਤਰੀ ਇੱਧਰ ਉੱਧਰ ਕੀਤੇ ਆ, ਪੰਜਾਬ ਵਾਲੇ ਕਰਨ ਨੂੰ ਤਿਆਰ ਬੈਠੇ ਆ। ਕਾਹਦੇ ਲਈ ਬੈਠੇ ਆ? ਇਸੇ ਕਰਕੇ ਬੈਠੇ ਆ ਨਾ ਕਿ ਭਾਈ ਜਿਹੜੇ ਲੋਕਾਂ ਦੀ ਲਾਲ ਲਕੀਰ ਦੇ ਅੰਦਰ ਆ ਗਏ ਉਹਨਾਂ ਨਾ ਆਪ ਜਿੱਤਣਾ ਤੇ ਨਾ ਸਾਨੂੰ ਜਿੱਤਣ ਦੇਣਾ। ਬਹੁਤ ਸਾਰੀਆਂ ਬਾਕੀ ਧਿਰਾਂ ਵੀ ਉਹਨਾਂ ਨੇ ਵੀ ਆਪਣੇ ਹਲਕਾ ਇੰਚਾਰਜਾਂ ਨੂੰ ਹੁਣ ਭੇਜਣਾ ਸ਼ੁਰੂ ਕਰਦਾ। ਅਸੀਂ ਸਰਵੇ ਕਰਾਇਆ ਸੀ, ਬਹੁਤ ਨਹੀਂ ਲੋਕ ਤੁਹਾਨੂੰ ਪਸੰਦ ਕਰਦੇ, ਤੁਹਾਡਾ ਕੰਮ ਔਖਾ ਹੀ ਆ, ਮਹੀਨੇ ਤੁਹਾਨੂੰ 2 ਦਿੱਤੇ ਆ, 2 ਮਹੀਨੇ ਸੂਤ ਕਰ ਲਓ, ਅਸੀਂ ਸਰਵੇ 2 ਮਹੀਨੇ ਬਾਅਦ ਫੇਰ ਕਰਾਉਣਾ, ਜੇ ਨਾ ਆਇਆ ਫਿਰ ਛੁੱਟੀ, ਹਾਂ ਟਿਕਟ ਨਹੀਂ ਮਿਲਣੀ, ਅਸੀਂ ਬੰਦਾ ਬਾਹਰੋਂ ਲੈ ਆਵਾਂਗੇ। ਇਸ ਕਰਕੇ ਜੇ ਤਾਂ ਆਹ ਪ੍ਰੈਸ਼ਰ ਗਰੁੱਪ ਦੇ ਰੂਪ ਦੇ ਵਿੱਚ ਕਿਸਾਨ ਜਥੇਬੰਦੀਆਂ ਕਾਇਮ ਰਹੀਆਂ, ਲੋਕਾਂ ਦਾ ਯਕੀਨ ਤੇ ਵਿਸ਼ਵਾਸ ਰਿਹਾ, ਐਤਕੀ ਬਹੁਤ ਸਾਰੇ ਦਾਗੀ ਬੰਦਿਆਂ ਨੂੰ ਦੇਖਿਓ ਟਿਕਟਾਂ ਹੀ ਪੋਲੀਟੀਕਲ ਪਾਰਟੀਆਂ ਨੇ ਪ੍ਰੈਸ਼ਰ ਜਾ ਕੇ ਨਹੀਂ ਦੇਣੀਆਂ। ਵੈਸੇ ਤੁਸੀਂ ਫੇਰਬਦਲ ਦੀ ਗੱਲ ਕੀਤੀ ਤਾਂ ਚਲੋ ਗੱਲ ਕਰ ਲੈਂਦੇ ਆ। ਕਾਂਗਰਸ ਪਾਰਟੀ ਵਾਲੇ ਹੁਣ ਸੁਣਨ 'ਚ ਤਾਂ ਇਹੀ ਆਇਆ ਵੀ ਆਉਂਦੇ ਚੰਦ ਦਿਨਾਂ ਦੇ ਵਿੱਚ ਕਈਆਂ ਦੀਆਂ ਕੁਰਸੀਆਂ ਹਿੱਲਣਗੀਆਂ, ਕਈਆਂ ਨੂੰ ਕੁਰਸੀ ਤੋਂ ਲਾ ਕੇ ਝੋਲਾ ਚੁਕਾ ਕੇ ਕਹਿਣਗੇ ਵੀ ਪਿੰਡ ਚਲੋ ਤੁਸੀਂ ਬਹੁਤ ਚੰਡੀਗੜ੍ਹ ਰਹਿ ਲਿਆ, ਤੇ ਕਈਆਂ ਨੂੰ ਹੋ ਸਕਦਾ ਫੋਨ ਆ ਜਾਵੇ, ਲੈ ਦੱਸੋ ਕਮਾਲ ਹੋ ਗਈ ਯਾਰ, ਅਸੀਂ ਕਰ ਨਹੀਂ ਲੱਗੇ ਐਵੇਂ ਤੁਸੀਂ ਰੁੱਸ ਕੇ ਨਾਰਾਜ਼ ਬੈਠੇ ਰਹੇ, ਆਓ ਚੰਡੀਗੜ੍ਹ ਫਲੈਟ ਤਿਆਰ ਹੈ, ਬਿਲਕੁਲ ਪਰਦੇ ਨਵੇਂ ਲਵਾਤੇ ਆ, ਰੰਗ ਰੋਗਨ ਕਰਾਤਾ,
ਕੁਰਸੀ ਵੀ ਜਮਾ ਪਾਲਿਸ਼ ਕਰਾਤੀ, ਐ ਲਿਸ਼ਕਾ ਮਾਰਦੀ ਤੁਸੀਂ ਆ ਕੇ ਸੰਭਾਲੋ, ਮੇਖਾਂ ਕੱਢ ਦਿੱਤੀਆਂ, ਫੋਟੋ ਜਿਹੜੀ ਮਰਜ਼ੀ ਟੰਗ ਲਿਓ। ਹਾਂ ਹੁਣ ਮਤਲਬ ਗੱਡੀ ਨਵੀਂ ਚਾਹੀਦੀ ਨਵੀਂ ਦੇ ਦਿੰਨੇ ਆ, ਪੁਰਾਣੀ ਨੂੰ ਕਹੋ ਤੇ ਸਰਵਿਸ ਕਰਾ ਦਿੰਨੇ ਆ। ਸੰਧਾਲੀਆ ਸਾਹਿਬ ਤਕਰੀਬਨ ਮੰਨਿਆ ਜਾ ਰਿਹਾ ਕਿ ਫੈਸਲਾ ਹੋ ਗਿਆ। ਸਿੱਧੂ ਸਾਹਿਬ ਟਵੀਟ ਕਰਨੋਂ ਨਹੀਂ ਹਟਦੇ, ਕੈਪਟਨ ਸਾਹਿਬ ਚੁੱਪ ਨਹੀਂ ਤੋੜਦੇ, ਹਾਈ ਕਮਾਂਡ ਤੇ ਸਾਰੀਆਂ ਡੋਰੀਆਂ ਸਿੱਟਤੀਆਂ। ਕੈਪਟਨ ਸਾਹਿਬ ਐਤਕੀ ਇੱਕ ਵੀ ਨਾਰਾਜ਼ ਕਾਂਗਰਸੀ ਨੂੰ ਸੇਖੜੀ ਸਾਹਿਬ ਤੋਂ ਬਿਨਾਂ ਮਨਾਉਣ ਨਹੀਂ ਗਏ। ਸੇਖੜੀ ਸਾਹਿਬ ਵੈਸੇ ਵੀ ਐਮਐਲਏ ਨਹੀਂ ਹੈਗੇ, ਇਹਦੇ ਬਾਵਜੂਦ ਵੀ ਧੜਾ ਤਾਂ ਕਾਇਮ ਰੱਖਣਾ ਹੁੰਦਾ ਨਾ। ਹੁਣ ਕੈਪਟਨ ਸਾਹਿਬ ਦਾ ਕਿਸੇ ਵੀ ਨਾਰਾਜ਼ ਐਮਐਲਏ ਜਾਂ ਮੰਤਰੀ ਨੂੰ ਮਨਾਉਣ ਨਾ ਜਾਣਾ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸੰਕੇਤ ਹੈ। ਉਹ ਕਹਿੰਦੇ ਦੇਖੀ ਜਾਓ ਜੋ ਹੋਊ, ਕਰਕੇ ਦੇਖੋ ਜੋ ਕਰਨਾ ਤੁਸੀਂ। ਉਧਰੋਂ ਸਿੱਧੂ ਸਾਹਿਬ ਟਵੀਟ ਤੇ ਟਵੀਟ ਕਰਕੇ ਦੱਸ ਰਿਹਾ ਕਿ ਭਾਈ ਮੈਂ ਪਿਛਾਂਹ ਨਹੀਂ ਹਟਦਾ। ਨਹੀਂ ਇੱਕ ਮੈਂ ਦਿਮਾਗ 'ਚ ਕੁਦਰਤੀ ਗੱਲ ਆ ਗਈ ਵੀ ਕੈਪਟਨ ਸਾਹਿਬ ਪਤਾ ਕਿਉਂ ਨਹੀਂ ਗਏ ਲੱਗਦੇ, ਕਿਉਂਕਿ ਕੈਪਟਨ ਸਾਹਿਬ ਕੋਲ ਮੇਰੇ ਖਿਆਲ 2017 ਵਾਲਾ ਰਿਕਾਰਡ ਹੈਗਾ ਨਾ ਜੀ, ਪਾਰਟੀ ਦਾ ਨਾਂ ਕੀ ਰੱਖਣਾ ਆਪਾਂ। ਓਕੇ ਉਦੋਂ ਆਪਾਂ ਵਾਹਵਾ ਕੰਮ ਕਰ ਲਿਆ ਸੀ ਮੇਰਾ ਖਿਆਲ, ਉਹ ਥੋੜਾ ਇੱਕ ਨਾ ਫਾਈਲਾਂ ਝਾੜ ਕੇ ਫਿਰ ਸਿੱਧੀਆਂ ਕਰ ਲਓ, ਕੀ ਪਤਾ ਜੇ ਲੋੜ ਪਈ ਤੇ ਫਿਰ ਦੇਖ ਲਵਾਂਗੇ। ਫਾਈਲ ਝਾੜ ਕੇ ਸਿੱਧੀ ਕਰ ਨਾਲ ਲੈ ਜਾਵੇ, ਉਹਦੇ ਦਿੱਲੇ ਨੂੰ ਬੰਦਾ ਉਹਦੇ ਦਿਖਾਉਂਦਾ, वो पहले पता क्या उनके हाथ में वही किताब है जो 2017 से पहले उन्होंने अपने हाथ में ली थी। हाई कमांड तक आपे पहुंच जाने यार, वो तो वही किताब ਚੱਕੀ ਫਿਰਦੇ ਆ। ਬਿਲਕੁਲ ਸੀ। ਹੁਣ ਸੰਧਾਲੀਆ ਸਾਹਿਬ ਜੋ ਲੱਗਦਾ ਹੈ ਕਿ ਮੰਤਰੀ ਮੰਡਲ 'ਚ ਫੇਰ ਬਦਲ ਹੋਣਾ ਹੈ। ਹਾਈ ਕਮਾਂਡ ਕੁਝ ਬੰਦੇ ਆਪਣੇ ਲਾਉਣਾ ਚਾਹੁੰਦੀ ਹੈ ਕਿ ਭਾਈ ਜਿਹੜੇ ਸਾਡੇ ਨੂੰ ਸਿੱਧੀ ਰਿਪੋਰਟ ਅਜ ਤੱਕ ਕਰਦੇ ਰਹੇ ਆ। ਮਾਲਵੇ ਦੇ ਵਿੱਚੋਂ 2 ਬੰਦਿਆਂ ਦੀ ਬਹੁਤ ਵੱਡੀ ਚਰਚਾ ਹੈ, ਅਹੁਦੇ ਤੋਂ ਲਾਉਣਾ ਕਿਹਨੂੰ ਆ ਉਹ ਤਾਂ ਬਾਅਦ ਦੀ ਗੱਲ ਹੈ, ਪਰ ਇੱਕ ਤਾਂ ਕੁਲਜੀਤ ਸਿੰਘ ਨਾਗਰੇ ਦਾ ਬਹੁਤ ਚਰਚਾ, ਉਹ ਹਾਈ ਕਮਾਂਡ ਦੇ ਨਾਲ ਸਿੱਧੇ ਸੰਪਰਕ 'ਚ ਰਹਿੰਦੇ ਆ, ਵਿਦਿਆਰਥੀ ਜਥੇਬੰਦੀਆਂ ਦੇ ਵਿੱਚੋਂ ਆਏ ਆ। ਦੂਸਰੇ ਨੰਬਰ ਦੇ ਉੱਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੀ ਚਰਚਾ। ਇਹ ਦੋਨੋਂ ਬੰਦੇ ਉਹ ਆ ਜਿਹੜੇ ਮੰਤਰੀ ਮੰਡਲ ਦੇ ਵਿੱਚ ਜਾਂਦੇ ਰਹਿ ਗਏ ਸੀ। ਤੀਸਰੇ ਨੰਬਰ ਦੇ ਉੱਤੇ ਮਾਝੇ ਵਾਲੇ ਪਾਸਿਓਂ ਡਾਕਟਰ ਰਾਜਕੁਮਾਰ ਵੀਰਕਾ ਦਾ ਚਰਚਾ। 3 ਬੰਦੇ ਹੋਰ ਨੇ ਜਿਨ੍ਹਾਂ ਨੂੰ ਮੰਤਰੀ ਮੰਡਲ ਦੇ ਵਿੱਚ ਲਿਆ ਜਾ ਸਕਦਾ ਦੁਆਬੇ ਵਾਲੇ ਪਾਸਿਓਂ, ਕਿਉਂਕਿ ਜ਼ਿਆਦਾ ਪ੍ਰੈਸ਼ਰ ਹੈ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਦੇ ਕਰਕੇ। ਜਦੋਂ ਪਿਛਲੀ ਵਾਰੀ ਮੰਤਰੀ ਮੰਡਲ 'ਚ ਵਾਅਦਾ ਕੀਤਾ ਸੀ ਤਾਂ ਇੱਕ ਐਮਐਲਏ ਸਾਹਿਬ ਗੁੱਸੇ ਹੋ ਗਿਆ ਸੀ, ਉਹਨਾਂ ਦਾ ਨਾਮ ਹੈ ਉੜਮੁੜ ਟਾਂਡੇ ਤੋਂ ਸੰਗਤ ਸਿੰਘ ਗਿਲਜੀਆਂ। ਹੁਣ ਸੰਗਤ ਸਿੰਘ ਗਿਲਜੀਆਂ ਵਾਲਾ ਹਲਕਾ ਵੈਸੇ ਵੀ ਅਕਾਲੀ ਬਸਪਾ ਨੇ ਬਸਪਾ ਨੂੰ ਦੇ ਦਿੱਤਾ। ਗਿਲਜੀਆਂ ਸਾਹਿਬ ਉਦੋਂ ਕਹਿੰਦੇ ਸੀ ਜਾਓ ਫਲਾਨੀ ਚੀਜ਼ ਤੋਂ ਮੇਰਾ ਅਸਤੀਫਾ ਹੈ, ਨਹੀਂ ਮੈਂ ਇੰਨੀ ਵਾਰੀ ਦਾ ਜਿੱਤਿਆ, ਤੁਸੀਂ ਨਵੇਂ ਬੰਦਿਆਂ ਨੂੰ ਮੰਤਰੀ ਬਣਾਈ ਜਾਂਦੇ ਹੋ, ਮੇਰਾ ਕੋਈ ਹੱਕ ਨਹੀਂ ਬਣਦਾ। ਹੁਣ ਉਮੀਦ ਹੈ ਕਿ ਸੰਗਤ ਸਿੰਘ ਗਿਲਜੀਆਂ ਤੇ ਰਾਣਾ ਗੁਰਜੀਤ ਸਿੰਘ ਹੋਰਾਂ ਦੀ ਵਾਪਸੀ ਹੋ ਸਕਦੀ ਹੈ ਉਧਰਲੇ ਪਾਸਿਓਂ। ਵਿੱਚ ਵਿਚਾਲੇ ਸੁਲਤਾਨਪੁਰ ਲੋਧੀ ਵਾਲੇ ਚੀਮਾ ਸਾਹਿਬ ਦਾ ਵੀ ਚਰਚਾ ਚੱਲਦਾ। ਹੁਣ ਇਹ ਸਾਰੀਆਂ ਗੱਲਾਂ ਬਾਤਾਂ ਦੇ ਵਿੱਚੋਂ ਸਵਾਲ ਤਾਂ ਉੱਥੇ ਦਾ ਉੱਥੇ ਰਹਿ ਗਿਆ ਕਿ ਨਵਜੋਤ ਸਿੰਘ ਸਿੱਧੂ ਕਿੱਥੇ? ਨਹੀਂ ਨਵਜੋਤ ਸਿੰਘ ਸਿੱਧੂ ਹੁਣ ਡਨ ਤਾਂ ਹੋ ਗਿਆ ਕੰਮ, ਉਹ ਕਹਿੰਦੇ ਵੀ ਪ੍ਰਧਾਨ ਬਣਾ ਦੇਣਾ ਉਹਨਾਂ ਨੂੰ, ਸਾਰੀ ਕਮਾਨ ਚਾਬੀਆਂ ਵਾਲੇ ਮੈਂ ਸਾਂਭ ਕੁੰਜੀਆਂ, ਜਾਖੜ ਸਾਹਿਬ ਕਰ ਚੱਲੇ ਸਰਦਾਰੀ ਗਾ ਦੇਣਾ ਪਿੱਛੋਂ। ਜਾਖੜ ਸਾਹਿਬ ਫਿਰ ਉੱਪਰਲੇ ਪਾਸੇ ਸੈਕਟਰੀ ਚੱਲ ਜਾਣਗੇ। ਨਹੀਂ ਉਹ ਤੇ ਫਿਰ ਕਰਨਾ ਹੀ ਪੈਣਾ, ਹੁਣ ਬੰਦਾ ਲਾ ਕੇ ਵੀ ਥੋੜਾ ਕਰ ਦਾਂਗੇ। ਪਹਿਲਾਂ ਫਾਜ਼ਿਲਕਾ ਤੋਂ ਲਿਆ ਕੇ ਗੁਰਦਾਸਪੁਰ ਉਧਰ ਐਮਪੀ ਵਾਲੀ ਇਲੈਕਸ਼ਨ ਦੇ ਵਿੱਚ ਚੱਕਰ ਪਾਇਆ, ਉਧਰੋਂ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਟੱਬਰ ਨੂੰ ਨਾਰਾਜ਼ ਵੀ ਕੀਤਾ। ਉਹ ਪਿਛਲੇ ਦਿਨੀ ਨੌਕਰੀ ਦੇ ਕੇਸ 'ਚ ਕਿਵੇਂ ਮਿਹਣੇ ਹੋਏ ਸਾਰਿਆਂ ਨੂੰ ਪਤਾ। ਤੇ ਹੁਣ ਜੇ ਸਿੱਧੂ ਸਾਹਿਬ ਦਾ ਕਰਕੇ ਉਹਨਾਂ ਕੋਲੋਂ ਕੁਰਸੀ ਵੀ ਖਵਾ ਲੈਣ, ਹਾਲਾਂਕਿ ਬੋਲਣਾ ਉਹਨਾਂ ਕੁਛ ਨਹੀਂ, ਉਹਨਾਂ ਤੇ ਉਦੋਂ ਦੇ ਕਿਹਾ ਵੀ ਚਾਬੀਆਂ ਲੈ ਲਓ, ਆ ਮੈਂ ਤੇ ਉਦੋਂ ਦੇ ਖੋਲੀ ਬੈਠਾ ਪੱਗ ਦੇ ਨਾਲ। ਮੈਂ ਤਾਂ ਜੇਬ 'ਚ ਕਦੀ ਰੱਖਿਆ ਨੇ, ਮੈਂ ਤਾਂ ਬੈਠਦਾ ਵੀ ਟੇਬਲ ਤੇ ਰੱਖ ਕੇ ਵੀ ਲਿਆਣੀਆਂ, ਪੁੱਛਣ ਦੀ ਵੀ ਲੋੜ ਨਹੀਂ, ਚੱਕ ਲਓ ਬਸ। ਗੱਲ ਕਿਹੜੀ ਹੈ? ਹੋ ਸਕਦਾ ਵੀ ਮਤਲਬ ਉਹ ਇੱਕ ਐਡਜਸਟਮੈਂਟ ਹੋ ਜਵੇ, ਪਰ ਜਿਹੜਾ ਇਹ ਫਾਰਮੂਲਾ ਸੁਣਨ ਚ ਆਉਂਦਾ ਹੈ ਕਿ ਵੀ ਪੰਜਾਬ ਦੇ ਨਾਲ ਬਾਕੀ ਸਟੇਟਾਂ ਜਿੱਥੇ ਪ੍ਰਧਾਨ ਲਾਏ ਨੇ ਉੱਥੇ ਕੱਲਾ ਪ੍ਰਧਾਨ ਨਹੀਂ ਲਾਉਂਦੇ, ਉਹ ਨਾਲ 3-4 ਨਾਲ ਪ੍ਰਧਾਨ ਹੋਰ ਲਾਉਂਦੇ ਨੇ, ਥੋੜੇ ਜਿਹੇ ਨਿੱਕੇ, ਥੋੜੇ ਜਿਹੇ ਮੀਡੀਅਮ ਵਾਲੇ, ਥੋੜੇ ਸੱਜੇ ਪਾਸੇ ਵਾਲੇ ਪ੍ਰਧਾਨ, ਥੋੜੇ ਖੱਬੇ ਪਾਸੇ ਵਾਲੇ ਪ੍ਰਧਾਨ। ਜੀ ਇਦਾਂ ਦੇ ਪ੍ਰਧਾਨ ਵਾਵਾ ਸਾਰੇ ਲਾਤੇ ਤੇ ਸਿੱਧੂ ਸਾਹਿਬ ਫੇਰ ਨਾ ਨਾਰਾਜ਼ ਹੋ ਜਾਣ ਵੀ ਯਾਰ ਇਦਾਂ ਕਿੱਦਾਂ ਹੋ ਗਿਆ, ਕਿੰਨੇ ਬੰਦੇ ਬਿਠਾ ਦੇ ਮੇਰੇ ਲਾਗੇ। ਹਾਂ ਵੀ ਇਦਾਂ ਮੇਰੀ ਤਾਂ ਕੂਣੀ ਵੀ ਨਹੀਂ ਹਿਲਦੀ। ਹੁਣ 3 ਕਾਰਜਕਾਰੀ ਕਹਿੰਦੇ ਲਾਉਣੇ ਆ ਜਿੱਦਾਂ ਕੇਰਲਾ ਚਲਾਏ ਸੀ, ਪਰ ਕੇਰਲਾ 'ਚ ਕਿਹੜਾ ਇਲੈਕਸ਼ਨ ਜਿੱਤੀ? ਵੈਸੇ ਗੱਲ ਹੀ ਕਰਦੇ ਆ। ਦੂਸਰੀ ਗੱਲ ਕਿਉਂ ਨਹੀਂ ਯਾਰ, ਵਾਇਨਾਡ ਵਾਲੀ ਸੀਟ ਜਿੱਤੀ ਨਹੀਂ। ਹਾਂ ਨਹੀਂ ਜਿੱਤੀ, ਉਹ ਤੋਂ ਬਾਅਦ ਰਾਹੁਲ ਗਾਂਧੀ ਸਾਹਿਬ ਕੋਲ ਇੱਕੋ ਇੱਕ ਉੱਥੋਂ ਦਾ ਹਲਕਾ ਵਾਇਨਾਡ ਵਾਲਾ, ਤੁਸੀਂ ਕਹਿੰਦੇ ਜਿੱਤੀ ਨਹੀਂ। ਹੁਣ ਐਤਕੀ ਉਹਨਾਂ ਦੇ ਹਲਕੇ ਦੇ ਵਿੱਚੋਂ ਜਿਹੜੇ ਹਲਕੇ ਵਿਧਾਨ ਸਭਾ ਦੇ ਪੈਂਦੇ ਸੀ ਉੱਥੇ ਕੀ ਹੋਇਆ ਸ਼ਾਇਦ ਤੁਸੀਂ ਉਹ ਦੇਖਿਆ ਨਹੀਂ, ਉਹ ਵਾਵਾ ਹਲਕੀ ਹੋ ਗਈ ਕਾਂਗਰਸ ਉੱਥੇ ਕਹਿੰਦੇ। ਹੁਣ ਸੰਧਾਲੀਆ ਸਾਹਿਬ ਇੱਕ ਗੱਲ ਤਾਂ ਪੱਕੀ ਆ, ਨਵਜੋਤ ਸਿੰਘ ਸਿੱਧੂ ਜੇ ਕਾਂਗਰਸ ਦੇ ਪ੍ਰਧਾਨ ਦੇ ਰੂਪ ਚ ਆਉਂਦੇ ਆ, ਮੈਂ ਫੇਰ ਕਹਿਣਾ ਕਿ ਕੱਲੇ ਪ੍ਰਧਾਨ ਬਣ ਕੇ ਜੇ ਆ ਗਿਆ ਤਾਂ ਝੋਲਾ ਖਾਲੀ ਹੋਇਆ। ਜਿਹੜੇ ਇਸ਼ੂ ਜਿਹੜੇ ਮੁੱਦੇ ਉਹਨਾਂ ਨੇ ਚੁੱਕੇ ਆ ਫਿਰ ਔਖਾ ਹੋ ਜਾਊਗਾ, ਕਿਉਂਕਿ ਪੰਜਾਬ ਦੇ ਲੋਕਾਂ ਦਾ ਬਿਜਲੀ ਵਾਲਾ ਮੁੱਦਾ ਖੜੇ ਦਾ ਖੜਾ ਹੈ। ਪਹਿਲਾਂ ਤਲਵੰਡੀ ਸਾਬੋ ਪਲਾਂਟ ਦੇ 2 ਯੂਨਿਟ ਬੰਦ ਹੋ ਗਿਆ ਸੀ। ਨਹੀਂ ਇਦਾਂ ਨਾ ਕਹੋ, ਤੁਸੀਂ ਇਹ ਕਹੋ ਵੀ ਪੰਜਾਬ ਦੇ ਲੋਕਾਂ ਦੇ ਬਿਜਲੀ ਪਲਾਂਟ ਖਲੋਤੇ ਨੇ। ਗੋਂਦਾਲ ਵਾਲਾ ਵੀ ਖਲੋਤਾ, ਬਣਾਣੀ ਵਾਲਾ ਵੀ ਖਲੋਤਾ, ਹੁਣ ਕਹਿੰਦੇ ਰੋਪੜ ਵਾਲੇ ਦਾ ਵੀ ਯੂਨਿਟ ਇੱਕ ਖੜ ਗਿਆ। ਸੰਧਾਲੀਆ ਸਾਹਿਬ ਸਾਰਾ ਤਾਂ ਪਲਾਂਟ ਕੋਈ ਨਹੀਂ ਬੰਦ ਹੋਇਆ, ਪਰ ਜਿਹੜੇ 2 ਯੂਨਿਟ ਤਲਵੰਡੀ ਸਾਬੋ ਦੇ ਬੰਦ ਹੋਏ ਉਹਨਾਂ ਦੇ ਚੱਲਣ ਦੀ ਆਸ ਸੀ, ਪਰ ਰੋਪੜ ਵਾਲੇ ਦਾ ਖੜ ਗਿਆ। ਹੁਣ ਤੁਸੀਂ ਦੇਖੋ ਕਿ ਨੁਕਸਾਨ ਕਿੰਨਾ ਹੈ। ਜੇ ਵੇਲੇ ਸਿਰ ਰਿਪੇਅਰ ਹੋਈ ਹੁੰਦੀ, ਜੇ ਵੇਲੇ ਸਿਰ ਧਿਆਨ ਦਿੱਤਾ ਹੁੰਦਾ, 8 ਰੁਪਏ ਨੂੰ ਯੂਨਿਟ ਖਰੀਦੀ ਆ ਪੰਜਾਬ ਸਰਕਾਰ, 12 ਰੁਪਏ ਨੂੰ ਵੀ ਯੂਨਿਟ ਲੱਭਦੇ ਆ ਪਰ ਪੂਰੀਆਂ ਮਿਲਦੀਆਂ ਨਹੀਂ। ਉਹ ਪੈਸੇ ਕਿਹਦੇ ਜਾਣੇ ਆ? ਨਾ ਕੈਪਟਨ ਸਾਹਿਬ ਦੀ ਜੇਬ ਚੋਂ, ਨਾ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਜੇਬ ਚੋਂ, ਨਾ ਭਗਵੰਤ ਮਾਨ ਦੀ ਜੇਬ ਦੇ ਵਿੱਚੋਂ, ਨਾ ਅਸ਼ਵਨੀ ਸ਼ਰਮਾ ਸਾਹਿਬ ਨੇ ਦੇਣੇ ਆ। ਉਹ ਤਾਂ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ,
ਉਸ ਪੈਸੇ ਦੇ ਵਿੱਚੋਂ ਭਾਵੇਂ 8 ਰੁਪਏ ਖਰੀਦ ਲੈਣ, ਭਾਵੇਂ 12 ਰੁਪਏ ਖਰੀਦ ਲੈਣ, ਪਰ ਹੁਣ ਜਿਹੜਾ ਨਾਲ ਦੀ ਨਾਲ ਇੱਕ ਰੌਲਾ ਪੈ ਗਿਆ, ਨਵਜੋਤ ਸਿੰਘ ਸਿੱਧੂ ਜਦੋਂ ਟਵੀਟ ਕਰਦੇ ਆ ਸੋਲਰ એનર્ਜੀ ਦੀ ਗੱਲ ਕਰਦੇ ਆ, ਸੂਰਜੀ ਊਰਜਾ ਦੇ ਨਾਲ ਬਿਜਲੀ ਪੈਦਾ ਕਰਨ ਦੀ ਪ੍ਰਕਿਰਿਆ, ਹੁਣ ਉਹਦੇ ਬਾਰੇ ਪਤਾ ਲੱਗਿਆ ਸੁਖਬੀਰ ਸਿੰਘ ਬਾਦਲ ਸਾਹਿਬ ਕਹਿੰਦੇ ਸੀ 22 ਰੁਪਏ ਨੂੰ ਯੂਨਿਟ ਪੈਣਾ ਹੈ। ਹੁਣ ਉਹ ਜਿਹੜੇ 22 ਰੁਪਏ ਨੂੰ ਯੂਨਿਟ ਦੀ ਗੱਲ ਕਰਦੇ ਸੀ, ਉਹ ਵੀ ਪਤਾ ਲੱਗਾ ਕਿ 8 ਰੁਪਏ ਤੋਂ ਲੈ ਕੇ 18 ਰੁਪਏ ਤੱਕ ਦੇ ਸਮਝੌਤੇ ਪਿਛਲੇ 10 ਸਾਲਾਂ 'ਚ ਹੋਏ। ਕੈਪਟਨ ਸਾਹਿਬ ਦੀ ਸਰਕਾਰ ਨੇ ਵੀ ਕੀਤਾ 6-7 ਰੁਪਏ ਨੂੰ, ਕਿ ਜਿਹੜੇ ਬੰਦੇ ਸੋਲਰ ਊਰਜਾ ਦੇ ਨਾਲ ਬਿਜਲੀ ਬਣਾਉਂਦੇ ਆ ਉਹਨਾਂ ਤੋਂ 8-7 ਰੁਪਏ ਯੂਨਿਟ ਅਸੀਂ ਖਰੀਦਣੀ ਆ, 18-18 ਰੁਪਏ ਵੀ ਲੈ ਰਹੇ। ਫਿਰ ਨਵਜੋਤ ਸਿੰਘ ਸਿੱਧੂ 1 ਰੁਪਈਆ 99 ਪੈਸੇ ਦੀ ਗੱਲ ਕਰਦੇ ਸੀ ਕਿ ਜੇ ਭਾਈ ਸੋਲਰ ਵਾਲੀ ਬਿਜਲੀ ਖਰੀਦੀਏ ਤਾਂ 1 ਰੁਪਈਆ 99 ਪੈਸੇ ਨੂੰ ਯੂਨਿਟ ਮਿਲਣੀ ਹੈ। ਫਿਰ 7 ਰੁਪਈਏ ਵਾਲਾ ਸਮਝੌਤਾ ਕੈਪਟਨ ਸਾਹਿਬ ਨੇ ਕਿਹੜਾ ਕਰ ਲਿਆ, 18 ਰੁਪਈਏ ਵਾਲਾ ਸਮਝੌਤਾ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਕਿਹੜਾ ਕਰ ਲਿਆ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਹੁਣ ਗਣਿਤ ਆ ਗਿਆ, ਇਹਨੂੰ ਸੋਲਵ ਕਰਨਾ ਪਊਗਾ। ਨਹੀਂ, ਇਹਨੂੰ ਸੋਲਵ ਜੇ ਹੋਰ ਕੋਈ ਕਰੇ ਨਾ ਕਰੇ, ਮੈਨੂੰ ਆਸ ਭਗਵੰਤ ਮਾਨ ਹੋਰਾਂ ਤੋਂ ਲੱਗਦੀ। ਪਿਛਲੇ ਦਿਨੀ ਥੋੜਾ ਜਿਹਾ ਇਸ਼ਾਰਾ ਉਹਨਾਂ ਨੇ ਕੀਤਾ ਸੀ ਵੀ ਥੋੜੇ ਦਿਨਾਂ ਤੱਕ ਤੁਹਾਨੂੰ ਉਹ ਵੀ ਕਲੀਅਰ ਕਰਕੇ ਦੱਸਾਂਗੇ ਫੈਲ ਵਾਲਾ, ਹੈ ਨਾ, ਵੀ ਉਹ ਕਿਹੜੇ ਕਿਹੜੇ ਸਮਝੌਤੇ ਹੋਏ ਸੀ, ਕਿੱਥੇ ਕਿੱਥੇ ਸੋਲਰ ਪਲਾਂਟ ਲੱਗੇ ਸੀ, ਕਿਹਦੇ ਲੱਗੇ ਸੀ, ਤੇ ਕਿਹੜੀ ਕਿਹੜੀ ਕੰਪਨੀ ਬਣਾ ਕੇ ਕਿਹੜਾ ਕਿਹੜਾ ਬੰਦਾ ਉਦੋਂ ਦਾ ਉਹ ਫਾਇਦਾ ਲੈ ਰਿਹਾ। ਤੇ ਹੋ ਸਕਦਾ ਜੇ ਕੱਲ ਨੂੰ ਦੁਬਾਰਾ ਪ੍ਰੈਸ ਵਾਲੇ ਵੀਰ ਸੱਦ ਕੇ ਦੁਬਾਰਾ ਉਹ ਮਤਲਬ ਪਾਣੀ ਵਾਲੀਆਂ ਬੋਤਲਾਂ ਰੱਖ ਕੇ ਬਹਿ ਗਏ ਤੇ ਫਿਰ ਉਹਨਾਂ ਨੇ ਪਰਚਾ ਖੋਲ ਕੇ ਦੱਸਿਆ ਲਓ ਜੀ ਫਲਾਨਾ ਸੰਸ ਵਰਸਸ ਫਲਾਨਾ ਸੰਸ, ਜਿਹੜੀ ਵਰਲਡ ਫਲਾਨੀ ਕੰਪਨੀ ਉਹ ਫਲਾਨੇ ਦੀ ਚੱਲਦੀ ਹੈ, ਫਰਦ ਲਿਆਓ, ਹੈ ਨਾ। ਉਹ ਐਸ ਸੰਨ ਦੇ ਵਿੱਚ ਆਹ ਦਸਤਖਤ ਹੋਏ ਨੇ ਤੇ ਇਹਨਾਂ ਨੇ ਲਾਈ ਇਹ ਤੇ ਸਮਝੌਤਾ ਇੰਨੇ ਰੁਪਈਆਂ ਤੇ ਕੀਤਾ। ਨਾਲ ਸ਼ਾਇਦ ਉਹਨਾਂ ਨੇ ਇੱਕ ਕੰਮ ਇਹ ਨਹੀਂ ਕਰਨਾ, ਦੂਜਾ ਕੰਮ ਹੋਰ ਕਰਨਾ। 5-4 ਹੋ ਸਕਦਾ ਵੀ ਆਪਣੀ ਪਾਰਟੀ ਦੇ ਬੰਦੇ ਲੈ ਆਉਣ ਜਾਂ 1-2 ਸਾਦੇ ਬੰਦੇ ਲੈ ਆਉਣ ਜਿਨ੍ਹਾਂ ਨੇ ਘਰਾਂ 'ਚ ਨਹੀਂ ਸੋਲਰ ਪਲਾਂਟ ਲਵਾਏ ਹੁੰਦੇ ਉੱਤੇ। ਭਾਜੀ ਤੁਸੀਂ ਭਲਾ ਸੋਲਰ ਪਲਾਂਟ ਕਿਉਂ ਲਵਾਇਆ? ਉਹਨਾਂ ਫਿਰ ਸਾਦੇ ਬੰਦੇ ਨੇ ਜਾ ਕੇ ਦੱਸਣਾ ਵੇਖੋ ਜੀ ਸਾਡਾ ਬਿੱਲ ਬਹੁਤ ਆਉਂਦਾ ਅਸੀਂ ਫਿਰ ਉੱਥੋਂ ਉਹ ਸੋਲਰ ਜਦੋਂ ਦਾ ਲਵਾਇਆ ਹੁੰਦਾ ਫਿਰ ਬਿੱਲ ਘਟ ਗਿਆ ਸਾਡਾ। ਵੀ ਇਹ ਬੰਦੇ ਨੇ ਸੋਲਰ ਪਲਾਂਟ ਲਵਾਇਆ ਤੇ ਇਹਦਾ ਬਿੱਲ ਆਉਣੋਂ ਹਟ ਗਿਆ। ਇੱਧਰ ਕਹਿੰਦੇ ਵੀ ਸੋਲਰ ਪਲਾਂਟ ਤੋਂ ਬੱਤੀ ਲੈਣੀ ਤੇ 18 ਰੁਪਏ, ਕਿਹੜਾ ਹਿਸਾਬ ਵਾ ਭਾਈ? ਸੰਧਾਲੀਆ ਸਾਹਿਬ ਇਹ ਆਪਣੇ ਆਪ 'ਚ ਵੱਡਾ ਮਸਲਾ। ਦੇਖੋ ਜੇ ਥਰਮਲ ਵਾਲੀ ਬਿਜਲੀ ਵੀ ਮਹਿੰਗੀ ਸਮਝੌਤੇ ਆ, ਜੇ ਸੋਲਰ ਵਾਲੇ ਵੀ ਮਹਿੰਗੇ ਸਮਝੌਤੇ ਆ, ਅਸੀਂ ਨਹੀਂ ਕਹਿੰਦੇ ਵਿੱਚੋਂ ਕੁਝ ਭ੍ਰਿਸ਼ਟ ਹੋਇਆ, ਪਰ ਜੇ ਨਵਜੋਤ ਸਿੰਘ ਸਿੱਧੂ 2 ਰੁਪਏ ਦੀ ਗੱਲ ਕਰਦਾ ਤੇ ਉਧਰਲੇ ਪਾਸੇ 8 ਤੋਂ ਲੈ ਕੇ 18 ਨੂੰ ਸਮਝੌਤੇ ਹੋਏ ਆ, ਥੋੜਾ ਜਿਹਾ ਫਰਕ ਹੋਵੇ ਤਾਂ ਮੰਨੀਏ, 10-10 ਗੁਣਾ ਦਾ ਫਰਕ ਤਾਂ ਨਹੀਂ ਮੰਨਿਆ ਜਾ ਸਕਦਾ ਨਾ, 8-8 ਗੁਣਾ ਦਾ, 6-6 ਗੁਣਾ ਦਾ। ਉਹ ਪੰਜਾਬ ਦੇ ਲੋਕਾਂ ਦਾ ਪੈਸਾ ਕੀ ਅਜਾਈ ਜਾ ਰਿਹਾ ਜਾਂ ਮਜਬੂਰੀ ਸੀ, ਇਹ ਪਤਾ ਲੱਗਣਾ ਚਾਹੀਦਾ। ਪਰ ਨਾਲ ਹੀ ਹੁਣ ਸੰਧਾਲੀਆ ਸਾਹਿਬ ਜੇ ਬਿਜਲੀ ਦੀ ਗੱਲ ਹੁੰਦੀ ਹੈ ਤਾਂ ਮੋਟਰ ਦੀ ਕਰ ਲਈਏ, ਜੇ ਮੋਟਰ ਦੀ ਗੱਲ ਹੁੰਦੀ ਹੈ ਤਾਂ ਮੋਟਰ ਪਾਣੀ ਕੱਢਦੀ ਹੈ। ਭਵਾਨੀਗੜ੍ਹ ਦੇ ਨੇੜੇ ਆਲੋ ਅਰਖ ਪਿੰਡ ਜਿਹੜਾ ਬਹੁਤ ਚਰਚਾ 'ਚ ਹੈ ਕਿ ਲੋਕ ਮੋਟਰ ਚਲਾਉਂਦੇ ਆ, ਜਿੱਦਾਂ ਸ਼ੱਕਰ ਵਾਲਾ ਪਾਣੀ ਹੁੰਦਾ ਨਾ, ਸ਼ਰਬਤ ਹੁੰਦਾ, ਇਦਾਂ ਦਾ ਕੈਮੀਕਲ ਵਾਲਾ ਜੰਗਾਲਿਆ ਪਾਣੀ ਨਿਕਲਦਾ। ਹੁਣ ਜਿਹੜੀ ਗੱਲ ਵਿੱਚੋਂ ਸਾਹਮਣੇ ਆਈ ਕਿ 80ਵਿਆਂ ਦੇ ਵਿੱਚ ਉੱਥੇ ਇੱਕ ਕੈਮੀਕਲ ਪਲਾਂਟ ਲੱਗਾ ਸੀ, ਫੈਕਟਰੀ 2006 'ਚ ਬੰਦ ਹੋ ਗਈ। ਹੁਣ ਫੈਕਟਰੀ ਲੱਗੀ ਤਾਂ ਦੋਸ਼ ਇਹ ਲੱਗਾ ਕਿ ਉਹਨਾਂ ਨੇ, ਕਿਉਂਕਿ ਕੈਮੀਕਲ ਵਾਲੀ ਫੈਕਟਰੀ ਹੈ ਤੇ ਇਹਦਾ ਮਤਲਬ ਵੇਸਟ ਨਿਕਲਦਾ ਤੇ ਉਹਨੂੰ ਟਰੀਟ ਕਰਕੇ ਸੁੱਟਣਾ ਚਾਹੀਦਾ। ਟਰੀਟ ਕਰਨ ਦੇ ਵਿੱਚ ਫੈਕਟਰੀ ਮਾਲਕ ਦੇ ਪੈਸੇ ਲੱਗਦੇ ਹੋਣੇ ਆ। ਅਗਲਿਆਂ ਨੇ ਬੋਰ ਕੀਤਾ 300 ਫੁੱਟ ਡੂੰਘਾ ਤੇ ਸਾਰਾ ਧਰਤੀ 'ਚ ਪਾਈ ਗਿਆ। ਪਹਿਲਾਂ ਪਾਣੀ ਉੱਪਰ ਸੀ, ਹੁਣ ਜਦੋਂ ਪਾਣੀ ਧਰਤੀ ਥੋੜਾ ਡੂੰਘਾ ਹੋਈ ਗਿਆ 300 ਫੁੱਟ ਤੇ ਜਾ ਕੇ ਲੋਕ ਬੋਰ ਕਰਦੇ ਆ ਤਾਂ ਪਾਣੀ ਨਿਕਲਦਾ ਕੈਮੀਕਲ ਵਾਲਾ, ਉਸ ਲੇਅਰ ਦੇ ਵਿੱਚ ਸਾਰਾ ਪਾਣੀ ਖਰਾਬ ਹੋ ਗਿਆ। ਲੋਕ ਕੀ ਕਹਿੰਦੇ ਆ? ਉਹ ਕਹਿੰਦੇ ਕਿ ਪਾਣੀ ਕੈਮੀਕਲ ਵਾਲਾ, ਕੋਈ ਬੰਦਾ ਝੋਨਾ ਲਾਉਣ ਆ ਜਾਵੇ, ਕੋਈ ਸਾਡੇ ਖੇਤਾਂ 'ਚ ਕੰਮ ਕਰਨ ਆ ਜਾਵੇ, ਉਹਨੂੰ ਚਮੜੀ ਦਾ ਰੋਗ ਹੋ ਜਾਂਦਾ, ਦੁਬਾਰਾ ਸਾਡੇ ਦਿਹਾੜੀ ਨਹੀਂ ਆਉਂਦਾ। ਕਿਸਾਨ ਕਹਿੰਦੇ ਕਿ ਅਸੀਂ ਪਾਣੀ ਲਾਉਣਾ ਹੋਵੇ ਜਦੋਂ ਸਿੱਧੇ ਤੌਰ ਦੇ ਉੱਤੇ ਜੇ ਪਾਣੀ ਦੇ ਵਿੱਚ ਦੀ ਲੰਘ ਜੇ ਤਾਂ ਸਾਨੂੰ ਚਮੜੀ ਦੀਆਂ ਬਿਮਾਰੀਆਂ ਹੋ ਜਾਂਦੀਆਂ। ਸਵਾਲ ਸੰਧਾਲੀਆ ਸਾਹਿਬ ਇਹ ਨਹੀਂ ਕਿ ਉਹ 2006 'ਚ ਫੈਕਟਰੀ ਬੰਦ ਕਰਕੇ ਚਲੇ ਗਏ ਤੇ ਉਹਨਾਂ ਨੇ ਪਾਣੀ ਵਿੱਚ ਸੁੱਟ ਦਿੱਤਾ। ਅੱਜ ਕਹਿੰਦੇ ਜੀ ਅਸੀਂ ਨਮੂਨੇ ਲੈਂਦੇ ਆ। ਅੱਜ ਪੰਜਾਬ 'ਚ ਬੜੀਆਂ ਫੈਕਟਰੀਆਂ ਲੱਗੀਆਂ, ਡਾਈਂਗ ਇੰਡਸਟਰੀ ਹੈ, ਚਮੜੇ ਦੀਆਂ ਇੰਡਸਟਰੀ ਨੇ, ਬਹੁਤ ਸਾਰੀਆਂ ਨੇ। ਉਹ ਸਾਰੀ ਦੀ ਸਾਰੀ ਇੰਡਸਟਰੀ ਕੀ ਪਾਣੀ ਟਰੀਟ ਕਰਕੇ ਸੁੱਟਦੀ ਹੈ? ਵਿੱਚ ਇਹ ਰੌਲਾ ਪਿਆ ਸੀ ਕਿ ਪਾਈ ਬੋਰ ਕਰਕੇ ਵਿੱਚੋਂ ਸੁੱਟੀ ਜਾਂਦੇ, ਹੁਣ 1000 ਫੁੱਟ ਤੇ ਸੁੱਟੀ ਜਾਂਦੇ ਹੋਣਗੇ। ਪਰ ਜੇ ਅਸੀਂ ਧਰਤੀ ਹੇਠਲਾ ਪਾਣੀ ਵੀ ਨਹੀਂ ਸਾਂਭ ਸਕੇ, ਬਾਕੀ ਪਾਣੀ ਵੀ ਨਹੀਂ ਸਾਂਭ ਸਕੇ, ਦਰਿਆਵਾਂ ਦਾ ਪਾਣੀ ਵੀ ਨਹੀਂ ਸਾਂਭ ਸਕੇ, ਅੱਜ ਵੀ ਸਮਾਂ ਕਿ ਭਾਈ ਛਾਪੇ ਮਾਰੋ, ਚੰਗੇ ਤਰੀਕੇ ਕੰਮ ਕਰੋ। ਜੇ ਸਾਡੀਆਂ ਹੁਣ ਉਹੀ ਮੋਟਰ ਦਾ ਪਾਣੀ ਪੱਠਿਆਂ ਨੂੰ ਲੱਗਣਾ, ਉਹੀ ਪੱਠੇ ਪਸ਼ੂ ਨੇ ਖਾਣੇ ਆ, ਉਹੀ ਦੁੱਧ ਅਸੀਂ ਪੀਣਾ ਹੈ, ਉਹੀ ਪਾਣੀ ਕਣਕ ਨੂੰ ਲੱਗਣਾ, ਉਹਦਾ ਅਸੀਂ ਆਟਾ ਖਾਣਾ ਹੈ, ਉਹਦੇ ਹੀ ਚੌਲ ਬਣਨੇ ਆ, ਬਿਹਾਰ ਯੂਪੀ ਬਾਕੀ ਸੂਬਿਆਂ ਤੱਕ ਜਾਣੇ ਅਸੀਂ ਵੀ ਖਾਣੇ ਆ, ਪੰਜਾਬ ਬਚੂਗਾ ਕਿਵੇਂ? ਅੱਜ ਕਈ ਤਾਂ ਜਾਂਦੇ ਆ ਸਾਰੇ, ਅਸੀਂ ਬਹੁਤ ਵਧੀਆ ਕੰਮ ਕੀਤਾ, ਅਸੀਂ 84.5% ਵਾਅਦੇ ਪੂਰੇ ਕਰਤੇ, ਆ ਪਿਛਲੇ ਅਕਾਲੀ ਭਾਜਪਾ ਵਾਲੇ ਕਹਿੰਦੇ 95% ਪੂਰੇ ਕਰਤੇ। ਆ ਪਾਣੀ ਕਿੱਥੋਂ ਨਿਕਲੀ ਆਉਂਦਾ? ਇਹ ਪਾਣੀ ਨਿਕਲੀ ਆਉਂਦਾ ਭਾਈ ਸਾਹਿਬ ਆਮ ਲੋਕਾਂ ਦਾ। ਆਮ ਲੋਕ ਜਿਹੜਾ ਵਿਚਾਰਾ ਤੰਗ ਹੈ, ਉਹਦੀ ਹਾਲਤ ਪਤਲੀ ਹੈ ਨਾ, ਉਹ ਵਿਚਾਰਾ ਕਰੇ ਤੇ ਕਰੇਗੀ। ਪਰ ਵੈਸੇ ਇੱਕ ਚੀਜ਼ ਹੈ, ਮੈਨੂੰ ਲੱਗਦਾ ਵੀ ਇੰਨੀਆਂ ਸਾਰੀਆਂ ਬਿਮਾਰੀਆਂ ਨਾਲੋਂ ਨਾ ਇੱਕ ਬਿਮਾਰੀ ਜਿਹੜੀ ਕਿ ਹੁਣ ਨਾ ਜਿਹੜੀ ਆਪਾਂ ਆਦਤ ਪੈ ਗਈ ਜੀ। ਇੱਕ ਹੁੰਦਾ ਨਾ ਵੀ ਕਿਸੇ ਬੰਦੇ ਨੂੰ ਬੁਖਾਰ ਜਿਹਾ ਰਹਿਣ ਲੱਗ ਪਏ,
ਇਹਦਾ ਨਾ ਟਾਈਫਾਈਡ ਵਿਗੜ ਗਿਆ, ਵਾਹਵਾ ਸਾਲ ਹੋ ਗਏ, 99 ਕੁ ਰਹਿੰਦਾ ਹੀ ਹੈ ਇਹਨੂੰ। ਮੈਨੂੰ ਲੱਗਦਾ ਵੀ ਉਹ ਟਾਈਫਾਈਡ ਇਸ ਵਕਤ ਪੰਜਾਬ ਵਾਲਿਆਂ ਦਾ ਵਿਗੜਿਆ ਹੈ, ਤਾਂ ਪੂਰੇ ਇੰਡੀਆ 'ਚ ਹੀ ਵਿਗੜਿਆ, ਪਰ ਪੰਜਾਬ 'ਚ ਵੀ ਵਿਗੜਿਆ ਭ੍ਰਿਸ਼ਟਾਚਾਰ ਦਾ। ਕਿਤੇ ਚਲੇ ਜਾਓ ਆਪਾਂ ਨੂੰ ਇਹ ਲੱਗਦਾ ਵੀ ਯਾਰ ਓਕੇ ਅੱਛਾ ਇੱਥੇ ਮੇਰਾ 100 ਲੱਗਣਾ, ਜੇ ਮੈਂ 50 ਦੇਤੀ 50 ਵੱਜ ਜਾਣੇ ਆ। ਅਗਲੇ ਬੰਦੇ ਵੀ ਡੀਲ ਕਰਨ ਲੱਗ ਪਿਆ, ਭਾਵੇਂ ਉਹ ਕਿਸੇ ਕੁਰਸੀ ਤੇ ਬੈਠਾ ਹੁੰਦਾ ਵੀ ਠੀਕ ਆ ਯਾਰ ਇਹਨੂੰ ਪਤਾ ਹੀ ਆ ਵੀ ਇਹਦੇ ਮੈਂ 50 ਬਚਾਉਣੇ, 50 ਤੇ ਫਿਰ ਮੇਰੇ ਬਣਦੇ ਆ ਯਾਰ, ਮੈਂ ਕਿਤੇ ਕੋਈ ਵੱਧ ਬਣਦਾ ਹੈ। ਆਹੋ ਏਡੀ ਕਿਹੜੀ ਗੱਲ। ਹੁਣ ਪਿਛਲੇ ਦਿਨ ਇਹ ਨਹੀਂ ਸੀ ਜਦੋਂ ਕੇਂਦਰ ਸਰਕਾਰ ਨੇ ਦੁਬਾਰਾ ਜੁਰਮਾਨੇ ਜੇ ਵਧਾਏ ਨੇ ਵੀ ਚਲਾਨ ਇੰਨੇ ਦਾ ਨਹੀਂ ਹੋਣਾ, ਇੰਨੇ ਦਾ ਹੋਊਗਾ, ਉਦੋਂ ਦੇ ਸਾਹਿਬ ਵੀ ਤੇ ਹੁਣ ਕਹਿ ਹੀ ਦਿੰਦੇ ਆ ਐਦਾਂ ਕਿੱਦਾਂ ਹੁਣ ਮਤਲਬ 100 ਵਾਲਾ ਜ਼ਮਾਨਾ ਚੱਲ ਗਿਆ, ਹੁਣ ਤੁਹਾਨੂੰ 2 ਲੱਖ ਪੈਣਾ ਹੀ ਜੁਰਮਾਨਾ, ਲੱਖ ਤਾਂ ਬੰਦਾ ਹੈ। ਆਹੋ ਹੁਣ ਕਾਰਨ ਇਹ ਆ ਵੀ ਇਹ ਸਾਰਾ ਕੁਝ ਜੋ ਕੁਝ ਵੀ ਹੈਗਾ ਇਹ ਤਾਂ ਹੋ ਰਿਹਾ ਵੀ ਜਿਹੜੇ ਬੰਦੇ ਆਮ ਘਰਾਂ 'ਚ ਨੇ, ਜਿਹਨੂੰ ਵੀ ਨੌਕਰੀ ਮਿਲ ਜਾਂਦੀ, ਅਗਲਾ ਕਹਿੰਦਾ ਵੀਰ ਮੇਰਾ ਹੁਣ ਜੇ ਆਉਂਦਾ ਕੁਛ ਛਕੋ, ਹੋ ਸਕਦਾ ਉੱਤੇ ਵਿਚਾਰੇ ਦੇ ਕੋਈ ਉੱਪਰਲਾ ਪ੍ਰੈਸ਼ਰ ਵੀ ਹੋਵੇ ਵੀ ਉੱਪਰ ਆ ਗਿਆ ਵੀ ਤੈਨੂੰ ਬਈ ਉੱਤੇ ਕੁਰਸੀ ਤੇ ਮਲਾਈ ਆਉਂਦੀ ਏ, ਕੱਲਾ ਹੀ ਖਾਈ ਜਾਂਦਾ, ਉੱਤੇ ਵੀ ਪਹੁੰਚਾਇਆ ਕਰ। ਉਹ ਵਿਚਾਰਾ ਇਸੇ ਕਰਕੇ ਉਸ ਕੰਮ 'ਚ ਨਹੀਂ ਪੈ ਜਾਂਦਾ ਕਿਤੇ। ਪਰ ਜੋ ਵੀ ਹੈਗਾ ਉਹ ਕਾਰਨ ਕਿਤੇ ਨਾ ਕਿਤੇ ਇਹ ਹੈ ਵੀ ਜਿਹੜਾ ਬੰਦੇ ਦੇ ਅੰਦਰ ਜ਼ਮੀਰ ਨਾਂ ਦਾ ਪੁਰਜਾ ਰੱਬ ਨੇ ਕਦੀ ਕਿਤੇ ਫਿੱਟ ਕੀਤਾ ਸੀ, ਉਹ ਆਪਣੇ ਵਾਲੇ ਕਢਾ ਦਿੰਦੇ ਨੇ, ਉਸ ਜਿੱਦਾਂ ਪੱਥਰੀ ਨਹੀਂ ਕਢਾ ਦਈਦੀ ਇੱਦਾਂ। ਸੰਧਾਲੀਆ ਸਾਹਿਬ ਉਹ ਪੱਥਰੀ ਦੁਬਾਰਾ ਹੋ ਜਾਂਦੀ ਹੈ, ਕਹਿੰਦੇ ਦੁਬਾਰਾ ਤੁਹਾਨੂੰ ਧਿਆਨ ਰੱਖਣਾ ਪਊਗਾ, ਜੇ ਚੌਲ ਖਾਓਗੇ ਬਹੁਤ ਸਾਰੀਆਂ ਉਦਾਂ ਦੀਆਂ ਚੀਜ਼ਾਂ ਲੇਸਦਾਰ ਖਾਓਗੇ ਤਾਂ ਔਖਾ ਹੋਲ ਬਣ ਜਾਂਦਾ ਕਹਿੰਦੇ ਉੱਥੇ। ਨਹੀਂ ਪਰ ਜ਼ਮੀਰ ਵੀ ਹੋ ਸਕਦਾ ਕਿਤੇ ਦੁਬਾਰਾ ਬਣ ਜਾਵੇ। ਨਹੀਂ ਦੁਬਾਰਾ ਬਣ ਸਕਦਾ, ਮੈਂ ਤਾਂ ਕਹਿੰਦਾ ਇੱਕ ਵਾਰੀ ਕੌੜਾ ਘੁੱਟ ਭਰਨਾ ਪੈਣਾ। ਅੱਜ ਹੋ ਸਕਦਾ ਪੰਜਾਬ ਦੇ ਜਲੰਧਰ ਦੇ, ਤਰਨਤਾਰਨ ਦੇ, ਅੰਮ੍ਰਿਤਸਰ ਸਾਹਿਬ ਦੇ ਲੋਕਾਂ ਨੂੰ ਲੱਗਦਾ ਵੀ ਸਾਡਾ ਥੋੜੀ ਮਸਲਾ ਭਵਾਨੀਗੜ੍ਹ ਵਾਲਿਆਂ ਦਾ ਮਸਲਾ, ਨਾ ਤੁਹਾਡੇ ਲਾਗੇ ਵੀ ਫੈਕਟਰੀ, ਉਹਨਾਂ ਨੂੰ ਵੀ 30 ਸਾਲ ਹੀ ਪਤਾ ਲੱਗਾ। ਹਾਲਾਂਕਿ ਕਹਿੰਦੇ ਆ ਕਿ ਉਦੋਂ ਧੂਆਂ ਬਹੁਤ ਸੀ ਉੱਥੇ, 2 ਕਰੋੜ ਦਾ ਜੁਰਮਾਨਾ ਕੀਤਾ ਸੀ, ਦਿੱਤਾ ਨਹੀਂ, ਅਦਾਲਤ 'ਚ ਕੇਸ ਚੱਲੀ ਜਾਂਦਾ ਅਜੇ ਤੱਕ, ਅਗਲੇ ਫੈਕਟਰੀ ਬੰਦ ਵੀ ਕਰ ਗਿਆ, 15 ਸਾਲ ਹੋ ਗਏ। ਸੰਧਾਲੀਆ ਸਾਹਿਬ ਜਿੰਨੀ ਛੇਤੀ ਹੋ ਸਕਦਾ, ਜੇ ਤਾਂ ਪੰਜਾਬ ਦੀ ਅਗਲੀ ਪੀੜ੍ਹੀ ਬਚਾਉਣੀ ਹੈ ਤਾਂ ਸਾਰੀਆਂ ਫੈਕਟਰੀਆਂ ਦਾ ਕੰਮ ਕਰ ਦੇਖੋ ਜਾ ਕੇ ਕਿ ਕਿੰਨਾ ਸਮਾਨ ਬਣਦਾ ਉੱਥੇ, ਕਿੰਨਾ ਕੈਮੀਕਲ ਲੱਗਦਾ, ਉਹਦਾ ਕਿੰਨਾ ਵੇਸਟ ਨਿਕਲਦਾ, ਕੀ ਸਾਰੇ ਵੇਸਟ ਨੂੰ ਟਰੀਟ ਕਰਨ ਜੋਗਾ ਟਰੀਟਮੈਂਟ ਪਲਾਂਟ ਹੈਗਾ, ਟਰੀਟਮੈਂਟ ਪਲਾਂਟ ਕਦੋਂ ਚੱਲਿਆ ਸੀ, ਬਿਜਲੀ ਦੇ ਬਿੱਲ ਦੇਖ ਲਓ, 20 ਚੀਜ਼ਾਂ ਹੋ ਸਕਦੀਆਂ। ਪਰ ਜੇ ਮੇਰੀ ਇੱਕ ਬੇਨਤੀ ਸੁਣਿਓ, ਨਹੀਂ ਸੁਣਨੀ ਯਾਰ, ਗਰਮੀ ਗੋੜੇ ਗੋੜੇ ਬੱਤੀ ਅੱਗੇ ਨਹੀਂ ਆਉਂਦੀ, ਮੈਂ ਬਾਹਰ ਜਾ ਕੇ ਉਹਦੇ 20 ਕੰਮ ਕਰਦਾ, ਫਿਰ ਉਹਦੇ ਨੂੰ ਚੰਗਾ ਨਹੀਂ ਵੀ ਬਾਊ ਨੂੰ ਫੋਨ ਕਰਾਂ ਵੀ ਉੱਥੇ ਕੋਈ ਰੌਲਾ ਰੱਪਾ ਜਾ ਪਿਆ ਤੁਹਾਡੇ ਉੱਥੇ ਮਿਲਿਓ ਸ਼ਾਮ ਨੂੰ ਆ ਕੇ। ਨਹੀਂ ਗੱਲ ਤਾਂ ਤੁਹਾਡੀ ਠੀਕ ਹੈ, ਫਿਰ ਜਦੋਂ ਲੋਕ ਪਿੰਡ ਦੇ ਵਿੱਚ ਘੇਰਦੇ ਆ ਫਿਰ ਤੁਹਾਨੂੰ ਕੱਚੀਆਂ ਤਰੇਲੀਆਂ ਆਉਂਦੀਆਂ ਹੁੰਦੀਆਂ, ਫਿਰ ਤੁਸੀਂ ਪਹਿਲਾਂ ਪੀਏ ਨੂੰ ਭੇਜਦੇ ਆ ਜਾ ਕੇ ਦੇਖ ਕੇ ਮਾਹੌਲ ਠੀਕ ਹੈ। ਹੁਣ ਰਮਿੰਦਰ ਸਿੰਘ ਆਵਲਾ ਸਾਹਿਬ ਨੂੰ ਚੱਕ ਦਮਾਲੂ ਪਿੰਡ ਦੇ ਵਿੱਚ ਘੇਰਿਆ, ਉੱਥੇ ਸਵਾਲ ਹੀ ਪੁੱਛਿਆ ਕਿ ਘਰ ਘਰ ਨੌਕਰੀ ਤਾਂ ਦੱਸੋ ਜੀ, ਨਹਿਰ 'ਚ ਪਾਣੀ ਨਹੀਂ ਆਉਂਦਾ, ਉਹ ਕਹਿੰਦੇ ਕੋਈ ਨਹੀਂ ਕਰਦੇ ਆ, ਸਾਰਾ ਕੁਝ ਕਰਦੇ ਆ। ਸੱਭਿਅਕ ਭਾਸ਼ਾ ਉਹਨਾਂ ਦੀ ਸੀ, ਸੱਭਿਅਕ ਭਾਸ਼ਾ ਉਹਨਾਂ ਦੀ ਸੀ। ਪਰ ਸੰਧਾਲੀਆ ਸਾਹਿਬ ਅੱਜ ਇਸ ਗੱਲ ਨੂੰ ਇਗਨੋਰ ਨਾ ਕੀਤਾ ਜਾਵੇ। ਅੱਜ ਉਹ ਕੱਲਾ ਭਵਾਨੀਗੜ੍ਹ ਨੇੜੇ ਦਾ ਮਸਲਾ ਨਹੀਂ, ਜੇ ਸਾਡੇ ਨਿੱਕੇ ਨਿਆਣਿਆਂ ਨੂੰ ਬਿਮਾਰੀਆਂ ਲੱਗਣ ਲੱਗ ਪਈਆਂ, ਸਾਡੇ ਬਜ਼ੁਰਗ ਜਿਹੜੇ ਬਿਮਾਰ ਨੂੰ, ਜੇ ਪੀਣ ਵਾਲਾ ਪਾਣੀ ਨਹੀਂ ਠੀਕ, ਖਾਣ ਵਾਲੀ ਕਣਕ ਨਹੀਂ ਠੀਕ, ਚਮੜੀ ਦੇ ਸਾਨੂੰ ਰੋਗ ਹੋਣ ਲੱਗ ਪਏ, ਅਸੀਂ ਜਾਵਾਂਗੇ ਕਿੱਥੇ? ਜਿੰਨੇ ਵੀ ਅਫਸਰ ਸੀ ਉਸ ਵੇਲੇ ਦੇ, ਜਦੋਂ ਉਹ ਫੈਕਟਰੀ ਚੱਲਦੀ ਸੀ, ਜਿਨ੍ਹਾਂ ਨੇ ਅੱਖਾਂ ਮੀਚੀ ਰੱਖੀਆਂ, ਚਾਹੇ ਪੈਸੇ ਲੈ ਕੇ ਚਾਹੇ ਉੱਪਰਲੇ ਦਬਾਅ ਤੇ, ਸਾਰੇ ਕਾਬੂ ਕਰਨੇ ਚਾਹੀਦੇ ਆ। ਜੇ ਉਹ ਕਹਿਣ ਕਿ ਅਸੀਂ ਪੈਸੇ ਨਹੀਂ ਲਿਆ, ਸਾਨੂੰ ਫਲਾਨਾ ਅਫਸਰ ਕਹਿੰਦਾ ਸੀ ਜਾਂ ਸਾਨੂੰ ਫਲਾਨਾ ਸਿਆਸੀ ਲੀਡਰ ਕਹਿੰਦਾ ਸੀ, ਅੱਜ ਉਹਨਾਂ ਦੀਆਂ ਜ਼ਿੰਮੇਵਾਰੀਆਂ ਤੈਅ ਕਰਨੀਆਂ ਪੈਣਗੀਆਂ, ਨਹੀਂ ਤਾਂ ਪੰਜਾਬ ਦੀ ਅਗਲੀ ਪੀੜ੍ਹੀ ਦੇ ਘਾਣ ਦੇ ਲਈ ਜ਼ਿੰਮੇਵਾਰ ਜਿਹੜੇ ਲੋਕ ਨੇ, ਅਸੀਂ ਉਹਨਾਂ ਦੀ ਪਹਿਚਾਣ ਤਾਂ ਕਰ ਲਾਂਗੇ, ਪਰ ਉਦੋਂ ਕਰਨ ਕਤਰਨ ਨੂੰ ਕੁਝ ਨਹੀਂ ਹੋਣਾ। ਦੁੱਖ ਵੈਸੇ ਹੈਗਾ WhatsApp, ਮੈਨੂੰ ਵੀ ਸਾਨੂੰ ਬੜਾ ਮਹਿਸੂਸ ਹੁੰਦੀ ਹੈ ਗੱਲ, ਇਦਾਂ ਨਹੀਂ ਹੋਣਾ ਚਾਹੀਦਾ। ਤੁਸੀਂ ਸ਼ਰਧਾਂਜਲੀ ਭਾਲਦੇ ਰਹਿੰਦੇ ਹੋ, ਸ਼ਰਧਾਂਜਲੀ ਵਾਹ ਵਾਹ, ਇਦਾਂ ਤੇ ਤੁਹਾਡੇ ਮਨ ਚੋਂ ਮੁਸ਼ਕਲ ਭਵਾਨੀਗੜ੍ਹ ਵਾਲੇ ਪਾਸੇ ਜਾਵਾਂਗੇ, ਹੁਣ ਬਹੁਤ ਸ਼ਰਧਾਂਜਲੀਆਂ ਆਉਣੀਆਂ। ਮੈਂ ਉਹੀ ਕਹਿ ਰਿਹਾ, ਦੇਖੋ ਕਰੀਏ ਕੀ, ਇੰਨਾ ਕੁਛ ਯਾਰ ਨਹੀਂ ਹੁੰਦਾ। ਇੱਧਰ ਜਾਓ, ਉਹ ਕੰਮ ਕਰੋ, ਉਹ ਕਰੋ, ਪਤਾ ਉੱਥੇ ਮੁੰਡਾ ਲਾਇਆ, ਉਹਨੂੰ ਪਤਾ ਵੀ ਉਹਨੇ ਥੱਲੇ ਕਲਰਕ ਨੂੰ ਆਉਣੇ, ਉਹਨੇ ਗਾਂਹ ਪਹੁੰਚ ਜਾਣੇ, 100 ਸਿਆਪੇ ਹੁੰਦੇ ਕਰਨ ਵਾਲੇ, ਯਾਰ ਇੰਨਾ ਟਾਈਮ ਹੈ ਨਹੀਂ। ਨਾਲੇ ਦੂਜੀ ਗੱਲ ਮੈਂ ਇਹ ਵੀ ਸੋਚਦਾ WhatsApp, ਹੁਣੇ ਤੁਸੀਂ ਜ਼ਿਕਰ ਕੀਤਾ ਨਾ ਫੈਕਟਰੀ ਬੰਦ ਹੋਈ, 15 ਸਾਲ ਹੋ ਗਏ, 2 ਕਰੋੜ ਦੇ ਜੁਰਮਾਨੇ ਦਾ ਕੇਸ ਚੱਲੀ ਜਾਂਦਾ। ਯਾਰ ਅਦਾਲਤਾਂ 'ਚ ਵੀ ਤੇ ਕੰਮ ਉਹ ਕੁਛ ਹੈ ਨਾ। ਮੰਨ ਲਓ ਵੀ ਇਹ ਸਾਰਾ ਕੁਝ ਕਰ ਕਤਰ ਕੇ ਕਿਸੇ ਨੇ ਕੋਈ ਨਹੀਂ ਮੰਨੀ ਕਿ ਅੱਜ ਨਹੀਂ ਕੱਲ੍ਹ ਨਹੀਂ ਪਰਸੋਂ ਕਿਸੇ ਤੁਸੀਂ 5-4 ਅਫਸਰਾਂ ਨੂੰ ਲੱਭ ਕੇ ਇੱਕ SIT ਨੇ ਕੇਸ ਵੀ ਬਣਾਤਾ ਵੀ ਆਹ ਬੰਦੇ 5 ਜਣੇ ਸੀ ਬਈ ਜਿਨ੍ਹਾਂ ਦਾ ਕਰਕੇ ਇੰਨੇ ਪਿੰਡਾਂ ਦਾ ਆ ਜਲੂਸ ਨਿਕਲ ਗਿਆ, ਸਾਰਾ ਕੁਝ ਖਰਾਬ ਹੋ ਗਿਆ। ਅਗਲੇ ਬੰਦੇ ਕੇਸ ਕਰ ਦੇਣਗੇ, ਠੀਕ ਆ, ਆ ਜਾਓ ਜੀ, ਤੁਰੇ ਆਓ। ਤੁਸੀਂ ਕਦੀ ਇਸ ਅਦਾਲਤ ਚੱਲ ਜਾਓ, ਫਿਰ ਉਹ ਤੋਂ ਉਤਲੀ ਚੱਲ ਜਾਓ, ਫਿਰ ਉਹ ਤੋਂ ਉਤਲੀ ਚੱਲ ਜਾਓ, ਫਿਰ ਉਹ ਤੋਂ ਉਤਲੀ ਚੱਲ ਜਾਓ, 25-30 ਸਾਲ ਉਦੋਂ ਫੇਰ ਲੰਘ ਜਾਣਗੇ। 25-30 ਸਾਲਾਂ ਬਾਅਦ ਉਹਨਾਂ ਦੀ ਆਪਾਂ ਕੀ ਪੂਛ ਫੜ ਲਾਂਗੇ ਬਈ। ਸੰਧਾਲੀਆ ਸਾਹਿਬ ਅਸਲ ਦੇ ਵਿੱਚ ਇਹ ਕੇਸ ਚੱਲਣਾ ਨਹੀਂ ਸੀ ਜੇ ਸਰਕਾਰੀ ਪੱਖ ਤੋਂ ਚੰਗੇ ਤਰੀਕੇ ਆਪਣਾ ਪੱਖ ਰੱਖਿਆ ਹੁੰਦਾ। ਅਧਿਆਪਕਾਂ ਦਾ ਕੇਸ ਚੱਲਦਾ, ਸੰਦੀਪ ਸੰਧੂ ਹੋਰੀ ਕੈਪਟਨ ਸਾਹਿਬ ਦੇ OSD ਨੇ ਮੁੱਖ ਮੰਤਰੀ ਸਾਹਿਬ ਦੇ, ਪਹਿਲਾਂ ਤਾਂ ਪਰਸੋਂ ਉਹਨਾਂ ਦੇ ਡੰਡਾ ਫੇਰਿਆ ਠੋਕ ਕੇ, ਪਾਣੀ ਦੀਆਂ ਬਸ਼ਾਰਾਂ, ਅਥਰੂ ਗੈਸ ਦੇ ਗੋਲੇ। ਹੁਣ ਸੰਦੀਪ ਸੰਧੂ ਸਾਹਿਬ ਉਹਨਾਂ ਦੇ ਵਿੱਚ ਜਾ ਕੇ ਬੈਠੇ ਸੀ ਕਿ ਭਾਈ ਕੋਈ ਗੱਲ ਨਹੀਂ, ਬੁੱਧਵਾਰ ਨੂੰ ਕੈਬਨਿਟ ਦੀ ਮੀਟਿੰਗ ਆ, ਅਸੀਂ ਫਿਰ ਰੱਖ ਦੇਣ ਲੱਗੇ ਆ। ETT ਵਾਲੇ ਜਿਹੜੇ ਆ, ਟੈਟ ਪਾਸ ਅਧਿਆਪਕ ਜਾਂ BEd ਵਾਲੇ, ਜਿਨ੍ਹਾਂ ਨੂੰ ਭਰਤੀ ਕੀਤਾ ਹੋਇਆ ਤੇ ਨਿਯੁਕਤੀ ਪੱਤਰ ਨਹੀਂ ਮਿਲੇ, ਉਹ ਕਹਿੰਦੇ ਜੀ ਇੰਨਾ ਕੰਮ ਆ, ਸਰਕਾਰ ਆ ਐਫੀਡੇਵਿਟ ਅਦਾਲਤ 'ਚ ਲਿਖ ਕੇ ਦੇ ਦੇਵੇ, ਕੰਮ ਨਿਬੜਦਾ। ਲੋਕ ਤੰਗ ਹੋ ਗਏ ਆ, ਲੋਕ ਪਰੇਸ਼ਾਨ ਹੋ ਗਏ ਆ। ਜੇ ਫੈਕਟਰੀ ਵਾਲੇ ਨੇ 300 ਫੁੱਟ ਡੂੰਘਾ ਬੋਰ ਕਰਕੇ ਕੈਮੀਕਲ ਵਾਲਾ ਪਾਣੀ ਵਿੱਚ ਸੁੱਟਿਆ, ਆਮ ਬੰਦੇ ਦਾ ਕਸੂਰ ਨਹੀਂ।
ਸਰਕਾਰ ਨੇ ਅਫਸਰ ਭਰਤੀ ਕੀਤੇ ਆ, ਸਰਕਾਰ ਨੇ ਅਫਸਰਾਂ ਤੇ ਨਿਗਾਹ ਰੱਖਣੀ ਸੀ, ਅਫਸਰਾਂ ਨੇ ਫੈਕਟਰੀ ਵਾਲਿਆਂ ਤੇ। ਕੱਲ੍ਹ ਨੂੰ ਨਾ ਜੇ ਆਖਿਓ, ਪੰਜਾਬ ਦੇ ਲੋਕ ਬਹੁਤ ਆਰਾਮ ਦੇ ਨਾਲ, ਤਹੱਮਲ ਦੇ ਨਾਲ, ਸਿੱਧੀ ਸ਼ਬਦਾਵਲੀ 'ਚ ਬੜੇ ਸਨਮਾਨਜਨਕ ਢੰਗ ਦੇ ਨਾਲ ਰੋਕ ਰੋਕ ਕੇ ਪੁੱਛਦੇ। ਇਹ ਨਹੀਂ ਕਿਹਾ ਜਾ ਸਕਦਾ ਕਿ ਪਿਛਲੀ ਸਰਕਾਰ ਸੀ। ਪਿਛਲੀ ਸਰਕਾਰ ਦੇ ਸਵਾਦ ਵੀ ਤਾਂ ਤੁਸੀਂ ਲੈਂਦੇ ਹੋ ਨਾ। ਪਿਛਲੀ ਸਰਕਾਰ ਦਾ ਮੰਤਰੀ ਨਵਾਂ ਘਰ ਬਣਾ ਕੇ ਟਾਈਲਾਂ ਨਵੀਆਂ ਲਵਾ ਕੇ ਪਰਦੇ ਨਵੇਂ ਲਵਾ ਕੇ ਗਿਆ ਸੀ। ਨਵੇਂ ਮੰਤਰੀ ਸਾਹਿਬ ਉਸੇ ਘਰ ਦੇ ਵਿੱਚ ਨੇ, ਜਾਂ ਤੱਕ ਉਹਨੇ ਕਿਸੇ ਨੂੰ ਤਾਂ ਕੁਝ ਵੀ ਨਹੀਂ ਵਰਤਦੇ। ਇਸ ਕਰਕੇ ਜੇ ਤਾਂ ਇਤਿਹਾਸ ਦੇ ਵਿੱਚ ਇਦਾਂ ਦਾ ਨਾਂ ਲਿਖਾਉਣਾ ਕਿ ਭਾਈ ਘੇਰਦੇ ਹੁੰਦੇ ਸੀ ਉਹਨਾਂ ਨੂੰ, ਨਾ ਉਦੋਂ ਕੋਈ ਸੱਤਾਧਾਰੀ ਬੋਲਿਆ, ਨਾ ਵਿਰੋਧੀ ਧਿਰ ਵਾਲਾ ਬੋਲਿਆ। ਭਵਾਨੀਗੜ੍ਹ ਦੇ ਵਿੱਚ ਕਿਤੇ ਵਿਰੋਧੀ ਧਿਰਾਂ ਨਹੀਂ ਸੀ ਹੋਣੀਆਂ ਜਾਂ ਸੱਤਾਧਾਰੀ ਨਹੀਂ ਸੀ ਹੋਣੀਆਂ। ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਤਾਂ ਕਹਿੰਦੇ ਨਹੀਂ ਸੀ ਕਿ ਪੰਜਾਬ 'ਚ ਪਾਣੀ ਮੁੱਕ ਚੱਲਿਆ, ਰੇਗਿਸਤਾਨ ਬਣ ਚੱਲਿਆ। ਮੈਂ ਕਹਿੰਦਾ ਰੇਗਿਸਤਾਨ ਨਾ ਵੀ ਬਣਿਆ, ਜੇ ਬੰਬੀਆਂ ਦੇ ਵਿੱਚੋਂ ਇਦਾਂ ਦਾ ਪਾਣੀ ਨਿਕਲਦਾ ਰਿਹਾ, ਉਹ ਰੇਗਿਸਤਾਨ ਉਹ ਮਾੜੀ ਹਾਲਤ ਹੋਣੀ ਹੈ। ਇਹ ਤਾਂ ਹੈ, ਬਿਲਕੁਲ ਸਹੀ ਗੱਲ ਹੈ। ਜਾਂਦੇ ਜਾਂਦੇ WhatsApp ਉਹ ਵੀ ਜ਼ਿਕਰ ਕਰ ਲਈ ਜਿਹੜਾ PTI ਵਾਲਿਆਂ ਨੇ ਕੇਸ ਕਰ ਦਿੱਤਾ ਹਾਈ ਕੋਰਟ ਦੇ ਵਿੱਚ ਕਿ ਵੀ ਇਹ ਜਿਹੜੀਆਂ ਹੁਣ ਨਵੀਆਂ ਗਾਈਡਲਾਈਨਸ ਆਈਆਂ ਨੇ ਖਾਸ ਕਰਕੇ IT ਨੂੰ ਲੈ ਕੇ ਵੀ ਤੁਸੀਂ ਇਦਾਂ ਨਹੀਂ ਕਰ ਸਕਦੇ, ਤੁਸੀਂ ਉੱਦਾਂ ਨਹੀਂ ਕਰ ਸਕਦੇ, ਇਦਾਂ ਕਰਨਾ ਤੇ ਬਹੁਤ ਹੀ ਜ਼ਰੂਰੀ ਆ। ਇਹ ਇੱਕ ਤਰ੍ਹਾਂ ਦੀ ਜਿਹੜੀ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ ਜੀ, ਉਹਦੇ ਖਿਲਾਫ ਹੈ ਕੰਮ। ਸੰਧਾਲੀਆ ਸਾਹਿਬ, ਜਦੋਂ ਦੇ ਆਹ ਨਵੇਂ ਨਿਯਮ ਬਣੇ ਨੇ ਸੋਸ਼ਲ ਸਾਈਟਸ ਦੇ ਲਈ, ਇੰਟਰਨੈਟ ਦੇ ਉੱਤੇ ਜਿਹੜਾ ਕੰਟੈਂਟ ਪੈਂਦਾ ਉਹਦੇ ਲਈ ਕਿ ਭਾਈ ਤੁਸੀਂ ਆਹ ਚੀਜ਼ਾਂ ਕਰਨੀਆਂ, ਸਰਕਾਰ ਨੇ ਬਣਾਏ ਨਿਯਮ, ਕੋਈ ਗੱਲ ਨਹੀਂ। ਅੱਗੇ ਤਾਂ ਕੁਝ ਮੀਡੀਆ ਅਦਾਰੇ ਕਹਿੰਦੇ ਸੀ, ਕੁਝ ਨਵੀਆਂ ਸੋਸ਼ਲ ਸਾਈਟਸ ਕਹਿੰਦੀਆਂ ਸੀ ਕਿ ਭਾਈ ਇਹ ਗਲਤ ਹੋ ਰਿਹਾ, WhatsApp ਵਾਲੇ, ਟਵਿੱਟਰ ਵਾਲੇ, ਜੇ ਉਹ ਤਾਂ ਹੁਣ ਬਣੇ ਨੇ। ਹੋ ਸਕਦਾ ਕਿ ਉਹ ਗਲਤ ਚੀਜ਼ਾਂ ਪ੍ਰਮੋਟ ਕਰਦੇ ਹੋਣ, ਮੈਂ ਕਹਿੰਦਾ ਮੰਨ ਲੈਂਦੇ ਆ ਜਿਹੜੀ PTI ਹੈ ਇਹ ਨਿਊਜ਼ ਏਜੰਸੀ ਹੈ, ਖਬਰਾਂ ਸਾਰੇ ਪਾਸਿਓਂ ਇਕੱਠੇ ਕਰਕੇ ਅਦਾਰਿਆਂ ਨੂੰ ਭੇਜਦੀ ਹੈ। 1947 ਦੀ ਬਣੀ ਹੈ, ਪ੍ਰੈਸ ਟਰਸਟ ਆਫ ਇੰਡੀਆ, ਇਦਾਂ ਦਾ ਹੀ ਕੁਛ ਹੁੰਦਾ, ਬਹੁਤ ਪੁਰਾਣੀ ਹੈ, ਦੇਸ਼ ਦੀ ਆਜ਼ਾਦੀ ਦੇ ਨਾਲ ਹੀ। ਉਹਨਾਂ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਕੀ ਕਿਹਾ, ਇਹ ਬਹੁਤ ਗੌਲਣਯੋਗ ਗੱਲ ਹੈ। ਹੋ ਸਕਦਾ ਕੇਸ ਡਿਸਮਿਸ ਹੋ ਜਾਏ, ਕੁਛ ਹੋ ਜਾਏ, ਸਰਕਾਰ ਤੋਂ ਜਵਾਬ ਮੰਗਿਆ ਹਾਈ ਕੋਰਟ ਨੇ। ਉਹ ਕਹਿੰਦੇ ਜੀ ਪਹਿਲੀ ਗੱਲ ਕਿ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ, ਦੂਸਰੀ ਗੱਲ ਕਿ ਇਹਦੇ ਨਾਲ ਖਬਰਾਂ ਦੇ ਉੱਤੇ ਕੰਟਰੋਲ ਕਰਨ ਦਾ ਯਤਨ ਹੈ। ਉਹਨਾਂ ਦਾ ਆਪਣਾ ਕੋਈ ਚੈਨਲ ਨਹੀਂ ਹੈ, ਉਹ ਲੋਕਾਂ ਨੂੰ ਸਿੱਧੀਆਂ ਖਬਰਾਂ ਨਹੀਂ ਦਿਖਾਉਂਦੇ, ਉਹ ਤਾਂ ਮੀਡੀਆ ਅਦਾਰਿਆਂ ਨੂੰ ਅੱਗੋਂ ਦਿੰਦੇ ਆ ਜਿਨ੍ਹਾਂ ਨੇ ਉਹਨਾਂ ਦੀਆਂ ਸੇਵਾਵਾਂ ਲਈਆਂ। ਉਹ ਕਹਿੰਦੇ ਤਾਂ ਨਿਊਜ਼ ਏਜੰਸੀਆਂ ਨੇ ਜਿਹੜੀਆਂ ਸਾਡੇ ਵਰਗੀਆਂ, ਉਹਦੇ ਉੱਤੇ ਵੀ ਸਰਕਾਰ ਕੰਟਰੋਲ ਕਰਨਾ ਚਾਹੁੰਦੀ ਹੈ। ਜੇ PTI ਵਰਗੀ ਨਿਊਜ਼ ਏਜੰਸੀ, ਭਾਸ਼ਾ ਵੀ ਉਹਨਾਂ ਦੀ ਹੈ, ਹੋਰ ਕਈ ਨੇ, ਜੇ PTI ਵਰਗੀ ਨਿਊਜ਼ ਏਜੰਸੀ ਵੀ ਦੇਸ਼ ਦੀ ਇੱਕ ਹਾਈ ਕੋਰਟ ਦੇ ਵਿੱਚ ਜਾ ਕੇ ਇਹਨੂੰ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਹਿੰਦੀ ਹੈ ਤਾਂ ਗੱਲ ਚੱਲੂਗੀ। ਇੱਕ ਹੋਰ ਹੈ, ਉਹਨਾਂ ਨੇ ਬੰਬੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਤੀ, ਉਹਨਾਂ ਨੇ ਵੀ ਇਹੀ ਕਿਹਾ ਕਿ IT ਦੇ ਆਧਾਰ ਦੇ ਉੱਤੇ ਜਿਹੜੇ ਨਿਯਮ ਬਣਾਏ ਜਾ ਰਹੇ ਆ, ਲੋਕਾਂ ਨੂੰ ਤੇ ਦੱਸਿਆ ਜਾ ਰਿਹਾ ਬਹੁਤ ਵਧੀਆ, ਪਰ ਸਾਨੂੰ ਲੱਗਦਾ ਕਿ ਲੋਕਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ। ਹੁਣ ਸਰਕਾਰ ਕੀ ਜਵਾਬ ਦਿੰਦੀ ਹੈ, ਫੈਸਲਾ ਕੀ ਹੁੰਦਾ ਹੈ, ਉਹ ਵੱਖਰੀ ਗੱਲ ਹੈ, ਪਰ PTI ਦੀ ਇਸ ਪਟੀਸ਼ਨ ਤੋਂ ਬਾਅਦ ਸਵਾਲ ਖੜੇ ਹੋਏ ਆ। ਨਹੀਂ ਸਵਾਲ ਪੂਰੇ ਖੜੇ ਹੋਏ ਆ WhatsApp। ਫਿਲਹਾਲ ਇੱਧਰ ਘੜੀ ਦੀ ਸੂਈ ਕਹਿੰਦੇ ਵੀ ਚਲੋ ਟਾਈਮ ਨਹੀਂ ਜਾਣਾ ਪਊਗਾ ਸੰਧਾਲੀਆ ਸਾਹਿਬ। ਬਸ ਲੋਕ ਇੱਕੋ ਗੱਲ ਦਾ ਧਿਆਨ ਰੱਖਣ ਕਿ ਕਿਸਾਨਾਂ ਨੇ ਇਲੈਕਸ਼ਨ ਲੜਨੀ ਹੈ, ਨਹੀਂ ਲੜਨੀ, ਉਹ ਵੱਖਰੀ ਗੱਲ ਹੈ। ਤੁਸੀਂ ਆਪਣੀ ਸਾਂਝ ਨਹੀਂ ਤੋੜਨੀ ਤਾਂ ਤੁਸੀਂ ਪੰਜਾਬ ਦੇ ਮੁੱਖ ਮੁੱਦਿਆਂ ਤੇ ਕੇਂਦਰਿਤ ਰਹਿਣਾ, ਬਾਕੀ ਕੋਈ ਨਹੀਂ। ਬਹੁਤ ਸ਼ੁਕਰੀਆ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਸਾਡੀਆਂ ਇਹਨਾਂ ਝੱਲ-ਲੱਲੀਆਂ ਜੀਆਂ ਦੇ ਵਿੱਚੋਂ ਕੁਛ ਨਾ ਕੁਛ ਤੇ ਤੁਹਾਡੀ ਵੀ ਸਮਝ ਆਉਂਦਾ ਹੀ ਹੋਊਗਾ ਵੀ ਚੱਲ ਕੀ ਰਿਹਾ ਸਾਰਾ ਕੁਝ। ਆਸ ਉਮੀਦ ਕਰਦੇ ਹਾਂ ਵੀ ਕਦੀ ਨਾ ਕਦੀ ਤੇ ਸੁਧਰੂਗਾ ਹੀ ਕੰਮ, ਕਿਉਂਕਿ ਸੁਧਾਰ ਵਾਲੇ ਪਾਸੇ ਦੇ ਹੁਣ ਅਸਾਰ ਤੇ ਨਜ਼ਰ ਆਉਣ ਲੱਗ ਪਿਆ। ਫਿਲਹਾਲ ਦਿਓ ਇਜਾਜ਼ਤ। ਗੁਰਪ੍ਰੀਤ ਸੰਧਾਵਾਲੀਆ ਨੂੰ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।